ਦੀ ਰਿਹਾਈ ਦਾ ਮਾਮਲਾ ਸਾਡੇ ਦਿਲਾਂ ਨਾਲ ਜੁੜਿਆ ਹੋਇਆ। ਇਹਨਾਂ ਸਿੰਘਾਂ ਵਿੱਚ ਉਹ ਸਿੰਘ ਵੀ ਨਜ਼ਰ ਬੰਦਿਆ ਜਿਨ੍ਹਾਂ ਨੇ 31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕੀਤਾ ਸੀਗਾ। ਦਹਾਕਿਆਂ ਤੋਂ ਜੇਲ੍ਹਾਂ 'ਚ ਬੰਦ ਇਹਨਾਂ ਨਜ਼ਰਬੰਦਾਂ ਸਿੰਘਾਂ ਦੀ ਰਿਹਾਈ ਲਈ ਕਈ ਸਿੱਖ ਜਥੇਬੰਦੀਆਂ, ਕਈ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਆ, ਉਹ ਯਤਨ ਕਰ ਰਹੇ ਆ, ਪਰ ਹਾਲੇ ਤੱਕ ਬੂਰ ਨਹੀਂ ਪਿਆ। ਸਾਡੇ ਦਿਲਾਂ ਵਿੱਚ ਇੱਕ ਸਵਾਲ ਖੜਾ ਹੋ ਜਾਂਦਾ ਕਿ ਜੇ ਰਾਜੀਵ ਗਾਂਧੀ ਦੇ ਹਤਿਆਰੇ ਬਰੀ ਕੀਤੇ ਜਾ ਸਕਦੇ ਆ, ਪੰਜਾਬ ਤੋਂ ਪਿੰਕੀ ਕੈਟ ਸਮੇਤ 5 ਹੋਰ ਪੁਲਿਸ ਮੁਲਾਜ਼ਮ ਜਿਹੜੇ ਆ, ਜੇ ਉਹਨਾਂ ਦੀ ਸਜ਼ਾ ਮੁਆਫ ਕੀਤੀ ਜਾ ਸਕਦੀ ਆ, ਤਾਂ ਇਹਨਾਂ 22 ਸਿੰਘਾਂ ਜਾਂ 2 ਦਰਜਨ ਦੇ ਕਰੀਬ ਜਿਹੜੇ ਸਿੰਘ ਆ, ਉਹਨਾਂ ਨਾਲ ਬਖਰੇਵਾਂ ਕਿਉਂ ਆ? ਮਨ 'ਚ ਸਵਾਲ ਇਹ ਵੀ ਖੜਦਾ ਕਿ ਕੀ ਸਾਡਾ ਸੰਵਿਧਾਨ ਜਿਹੜਾ ਆ ਉਹ ਸਿੱਖਾਂ ਨੂੰ ਜਾਂ ਇਹਨਾਂ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦੇ ਰਿਹਾ, ਜਾਂ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਦੋ ਮੂੰਹੀਆਂ ਆ। ਸੋ ਨਜ਼ਰਬੰਦੀ ਸਿੰਘਾਂ ਦੀ ਰਿਹਾਈ ਲਈ ਕਈ, ਜਿਵੇਂ ਕਿਹਾ, ਜਥੇਬੰਦੀਆਂ, ਕਈ ਵਕੀਲ, ਕਈ ਮਨੁੱਖੀ ਕਾਰਕੁਨ ਕਈ ਚਿਰਾਂ ਤੋਂ ਸਟਰਗਲ ਕਰ ਰਹੇ ਆ, ਸੰਘਰਸ਼ ਕਰ ਰਹੇ ਆ। ਉਹਨਾਂ ਵਿੱਚ ਇੱਕ ਨਾਂ ਮੁੱਖ ਸਾਹਮਣੇ ਆ ਰਿਹਾ, ਉਹ ਐਡਵੋਕੇਟ ਅਮਰ ਸਿੰਘ ਚਾਹਲ ਦਾ ਆ। ਅਮਰ ਸਿੰਘ ਚਾਹਲ ਹੁਣੀ ਬੜੇ ਚਿਰਾਂ ਤੋਂ ਮਨੁੱਖੀ ਅਧਿਕਾਰਾਂ ਦੇ ਪਹਿਰਾ ਦਿੰਦੇ ਆ। ਬੇਅੰਤ ਸਿੰਘ ਕਤਲ ਕੇਸ ਦੇ ਜਿਹੜੇ ਮੁਲਜ਼ਮ ਸੇ ਹੁਣ ਦੋਸ਼ੀ ਆ, ਉਹਨਾਂ ਦੇ ਕੇਸ ਵੀ ਲੜਦੇ ਰਹੇ ਆ। ਜਗਤਾਰ ਸਿੰਘ ਹਵਾਰਾ ਕਮੇਟੀ ਦੇ ਇਹ ਮੈਂਬਰ ਵੀ ਨੇ, ਮਤਵਾਜੀ ਜਥੇਦਾਰ ਜਗਤਾਰ ਸਿੰਘ ਦੇ ਬੁਲਾਰੇ ਵੀ ਨੇ। ਤੇ ਹੁਣ ਇੱਕ ਉਹ ਖਬਰ ਜਿਹਦੀ ਚਿਰਾਂ ਤੋਂ ਆਸ ਸੀਗੀ, ਉਹ ਇਹ ਕਿ ਸ਼ਾਇਦ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ 'ਚ ਸ਼ਿਫਟ ਕੀਤਾ ਜਾ ਰਿਹਾ। ਇਹਦੇ ਲਈ ਅਦਾਲਤ ਦੇ ਜਿਹੜੇ ਹੁਕਮ ਆ ਉਹ ਜਾਰੀ ਹੋ ਚੁੱਕੇ ਆ। ਸੋ ਇਹਦਾ ਸਾਰਾ ਕਿੱਸਾ ਕੀ ਆ? ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ, ਜਾਂ ਤਿਹਾੜ ਜੇਲ੍ਹ 'ਚੋਂ ਹਵਾਰਾ ਸਾਹਿਬ ਦੇ ਪੰਜਾਬ ਸ਼ਿਫਟ ਕਰਨ ਦੀ ਆਸ ਕਿਵੇਂ ਵੱਜੀ ਆ? ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਚਾਹਲ ਸਾਹਿਬ ਕੋਲ ਲਵਾਂਗੇ। ਚਾਹਲ ਸਾਹਿਬ, ਮੈਂ ਕਮਲਜੀਤ ਸਿੰਘ ਬਨਵੈਤ, ਰੈਜ਼ੀਡੈਂਟ ਐਡੀਟਰ, ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦਾ। ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਔਰ ਤੁਹਾਡੇ ਦਰਸ਼ਕਾਂ ਦੀ। ਸੋ ਚਾਹਲ ਸਾਹਿਬ, ਇਹ ਦੱਸਿਓ ਤੁਸੀਂ ਮੈਨੂੰ ਕਿ ਜਿਹੜਾ ਜਗਤਾਰ ਸਿੰਘ ਹਵਾਰਾ ਨੇ, ਉਹਨਾਂ ਦੇ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਤਬਦੀਲ ਹੋਣ ਦੀ ਇੱਕ ਜਿਹੜੀ ਆ ਉਹ ਆਸ ਵੱਜੀ ਆ, ਜਾਂ ਆਪਾਂ ਕਹਿ ਲਈਏ ਕਿ ਅਦਾਲਤ ਦੇ ਹੁਕਮ ਆ ਜੀ। ਇੱਥੇ ਵੀ ਮੈਂ ਸ਼ੁਰੂ 'ਚ ਕਹਿਦਾ ਕਿ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ 'ਚ ਕਈ ਤਰ੍ਹਾਂ ਦਾ ਪੱਖਪਾਤ ਹੁੰਦਾ ਰਿਹਾ। ਜੋ ਖਬਰਾਂ ਆਉਂਦੀਆਂ ਸੀਗੀਆਂ ਕਿ ਉਹਨਾਂ ਦੀ ਸਿਹਤ ਖਰਾਬ ਸੀ, ਉਹਨਾਂ ਦਾ ਇਲਾਜ ਨਹੀਂ ਸੀ ਹੁੰਦਾ, ਇੱਥੋਂ ਤੱਕ ਕਿ ਉਹਨਾਂ ਦੇ ਆਪਰੇਸ਼ਨ ਕਰਾਉਣ ਦੀ ਲੋੜ ਸੀ, ਉਹ ਝੂਠ ਹੈਲਮਟ ਹੁੰਦੀ ਰਹੀ। ਸੋ ਇੱਕ ਤਾਂ ਦੱਸੋ ਕਿ ਕੀ ਜੇ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਸ਼ਿਫਟ ਕੀਤਾ ਜਾਂਦਾ, ਇਹ ਖੁਸ਼ਖਬਰ ਆ, ਜਾਂ ਇਹ ਸਾਰੇ ਦਾ ਕੇਸ ਆ, ਕਿਸ ਕੇਸ ਵਿੱਚ, ਕਿਸ ਕੇਸ ਨੂੰ ਲੈ ਕੇ ਤਬਦੀਲ ਕੀਤਾ ਜਾ ਰਿਹਾ? ਇਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ। ਦੇਖੋ, ਇਹਦੀ ਖੁਸ਼ਖਬਰੀ ਤੇ ਨਹੀਂ ਕਹੀ ਜਾ ਸਕਦੀ। ਇੱਕ ਸਰਕਾਰ ਦੀ ਇੱਕ ਡਿਊਟੀ ਹੈ ਕਿ ਜਿਹਦੇ ਖਿਲਾਫ ਕੇਸ ਫੌਜਦਾਰੀ ਤੌਰ ਤੇ ਚਲਾਇਆ ਹੈ, ਉਹਨੂੰ ਚਲਾ ਕੇ ਤੇ ਉਹਦਾ ਅਖੀਰ ਤੱਕ ਫੈਸਲਾ ਕੀਤਾ ਜਾਵੇ। ਇਹ ਸਰਕਾਰ ਦੀ ਕੋਈ ਡਿਊਟੀ ਨਹੀਂ ਵੀ ਇੱਕ ਆਦਮੀ ਦੇ ਖਿਲਾਫ ਕੇਸ ਦਰਜ ਕਰ ਲਿਆ ਜਾਵੇ ਔਰ ਉਹਨੂੰ ਸਾਲਾਂ ਪਤੀ ਜੇਲ੍ਹ 'ਚ ਬਗੈਰ ਉਹਦੇ ਟਰਾਇਲ ਤੋਂ ਰੱਖਿਆ ਜਾਵੇ। ਜਿਹੜਾ ਹੁਣ ਕੇਸ ਜਿਹਦਾ ਅੱਜ ਅਸੀਂ ਗੱਲ ਕਰਨ ਦੀ ਗੱਲ ਕੀਤੀ ਹੈ, ਇਹ 2005 ਦੇ ਵਿੱਚ ਇੱਕ ਕੇਸ ਦਰਜ ਕੀਤਾ ਸੀ, ਮਤਲਬ FIR ਹੋਈ ਸੀ 34 ਸੈਕਟਰ ਦੇ ਪੁਲਿਸ ਸਟੇਸ਼ਨ। ਜਗਤਾਰ ਸਿੰਘ ਹਵਾਰਾ ਦੇ ਖਿਲਾਫ ACP ਉਹਨਾਂ ਨੇ ਦੇਸ਼ ਧਰੋਹੀ ਜਿਹੜਾ ਹੈ ਉਹ ਖਾਲਿਸਤਾਨ ਬਣਾਉਣ ਦੀ ਗੱਲ ਕੀਤੀ ਹੈ, ਤੇ ਉਹਨਾਂ ਤੇ ਕੇਸ ਦਰਜ ਹੋ ਗਿਆ। ਦਰਜ ਹੋਣ ਤੋਂ ਬਾਅਦ 2005 ਤੋਂ ਲੈ ਕੇ ਜਿਹੜਾ ਹੈ ਅੱਜ ਤੱਕ ਇਸ ਕੇਸ 'ਚ ਤਾਂ ਨਾ ਤਾਂ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਕੋਈ ਚਲਾਨ ਕੀਤਾ ਹੈ, ਨਾ ਉਹਨੂੰ ਉਸ ਕੇਸ ਦੇ ਵਿੱਚ ਕਦੀ ਅਦਾਲਤ 'ਚ ਪੇਸ਼ ਕੀਤਾ ਹੈ, ਨਾ ਉਹਦੇ 'ਤੇ ਉਹ ਕੇਸ ਦੀ ਸਪੂਰਤੀ ਲਈ ਕੋਈ ਕਦਮ ਪੁੱਟੇ ਸਰਕਾਰ ਨੇ। ਇਹ ਕੇਸ ਜਿਹੜਾ ਹੈ, ਬਦਕਿਸਮਤੀ ਇਹ ਰਹੀ ਆ ਵੀ ਇਹ ਕੇਸ ਜਦੋਂ ਚੱਲਿਆ ਹੈ, ਜਦੋਂ ਰਜਿਸਟਰ ਹੋਇਆ, ਉਦੋਂ ਜਗਤਾਰ ਸਿੰਘ ਹਵਾਰਾ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਸੀ। ਇਹ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਾਡਾ ਮੁਲਜ਼ਮ ਜਿਹੜਾ ਹੈ ਚੰਡੀਗੜ੍ਹ ਜੇਲ੍ਹ 'ਚ, ਉਹਦੇ ਖਿਲਾਫ ਚਲਾਨ ਪੇਸ਼ ਕਰਕੇ ਉਹਨੂੰ ਨਾ ਕੇਸ ਉਹਦੇ ਖਿਲਾਫ ਚਲਾਉਣਾ, ਇਸ ਤੋਂ ਵੱਡੀ ਗੈਰ ਕਾਨੂੰਨੀ ਹੋਰ ਹੋ ਹੀ ਨਹੀਂ ਸਕਦੀ। ਇੱਕ ਬੰਦਾ ਜਿਹੜਾ ਹੈ ਉਹਨੂੰ ਬਗੈਰ ਟਰਾਇਲ ਤੋਂ, ਬਗੈਰ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਜੇਲ੍ਹ 'ਚ ਰੱਖਣਾ, ਇਹ ਟੋਟਲੀ ਗੈਰ ਕਾਨੂੰਨੀ ਆ। ਬਦਕਿਸਮਤੀ ਇੱਕ ਹੋ ਰਿਹਾ ਵੀ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਅਦਾਲਤ ਨੂੰ ਦਰਖਾਸਤ ਦੇ ਕੇ ਕਹਿ ਰਹੇ ਹਾਂ
ਵੀ ਇਹ ਜਗਤਾਰ ਸਿੰਘ ਹਵਾਰੇ ਦੇ ਖਿਲਾਫ ਜਿਹੜਾ ਕੇਸ ਹੈ ਉਹਨੂੰ ਚਲਾਇਆ ਜਾਵੇ, ਉਹਦਾ ਫੈਸਲਾ ਕੀਤਾ ਜਾਵੇ। ਤੇ ਅਦਾਲਤ ਵੱਲੋਂ ਜਿਹੜਾ ਸੀ ਉਹਦੇ ਵਾਰੰਟ ਜਿਹੜੇ ਸੀ ਨਹੀਂ ਸੀ ਇਸ਼ੂ ਹੋ ਰਹੇ। ਅਸੀਂ ਇਹ ਵੀ ਗੱਲ ਕਹਿ ਚੁੱਕੇ ਸੀ ਵੀ ਇਹਦੀ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਚਾਹੇ ਹੋਰ ਕੋਈ ਤਰੀਕਾ ਵਰਤਿਆ ਜਾਏ ਇਹਦੇ ਕੇਸ ਦੀ ਸਮੈਤ ਲਈ, ਉਹ ਕੇਸ ਦੇ ਵਿੱਚ ਤਰੀਕਾਂ ਪੈਂਦੀਆਂ ਰਹੀਆਂ। ਐਰਕਾ ਅਸੀਂ ਜੱਜ ਸਾਹਿਬ ਨੂੰ ਇਹ ਗੱਲ ਕਹੀ ਵੀ ਇਹ ਕੇਸ ਨੂੰ ਕਿਸੇ ਤਰ੍ਹਾਂ ਤਾਂ ਨਿਬੇੜਾਂਗੇ, ਇਸ ਕਰਕੇ ਨਿਬੇੜਨ ਦਾ ਸਭ ਤੋਂ ਇੱਕੋ ਹੀ ਤਰੀਕਾ ਅੱਛਾ ਹੈ ਵੀ ਬੰਦੇ ਨੂੰ ਪੇਸ਼ ਕਰਵਾਇਆ ਜਾਵੇ। ਖਾਸ ਕਰਕੇ ਉਦੋਂ ਵੀ ਜਦੋਂ ਜਗਤਾਰ ਸਿੰਘ ਹਵਾਰੇ ਤੇ ਦਿੱਲੀ ਦੀ ਸਟੇਟ ਦੇ ਕੋਲ ਕੋਈ ਕੇਸ ਨਹੀਂ, ਜਿੰਨੇ ਜਗਤਾਰ ਸਿੰਘ ਹਵਾਰੇ ਦੇ ਕੇਸ ਦਿੱਲੀ ਹੈਗੇ ਸੀ ਉਹ ਸਾਰੇ ਬਰੀ ਹੋ ਗਿਆ। ਜੀ ਜੀ ਪਿਛਲੇ 2-3 ਸਾਲ ਤੋਂ ਬਗੈਰ ਕਿਸੇ ਕਾਰਨ ਤੋਂ ਉਹਨੂੰ ਰੱਖਿਆ ਜਾ ਉੱਥੇ ਜਾ ਰਿਹਾ। ਬਦਕਿਸਮਤੀ ਵੇਖੋ ਕਿੱਡੀ ਵੱਡੀ ਹੈ ਵੀ ਇਸ ਜਗਤਾਰ ਸਿੰਘ ਹਵਾਰੇ ਨੂੰ ਚੰਡੀਗੜ੍ਹ 'ਚ ਪੰਜਾਬ ਦੀ ਜੇਲ੍ਹ 'ਚ ਜਿੱਥੇ ਉਹਨਾਂ ਦਾ ਜਿੱਥੇ ਕਿਤੇ ਹੋਰ ਵੀ ਕੇਸ ਹੈ, ਇੱਥੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੇਜਰੀਵਾਲ ਨੂੰ ਮੈਂ ਖੁਦ ਵੀ ਇੱਕ ਡੈਪੂਟੇਸ਼ਨ ਦੇ ਨਾਲ 11-12 ਅਸੀਂ ਆਦਮੀ ਗਏ ਵੀ ਜਦੋਂ ਤੁਹਾਡੀ ਸਰਕਾਰ ਦੇ ਕੋਲ ਇਹਦਾ ਕੋਈ ਕੇਸ ਹੀ ਨਹੀਂ, ਇਹਦੇ ਕੇਸ ਸਾਰੇ ਬਰੀ ਹੋ ਚੁੱਕੇ ਨੇ, ਤੇ ਤੁਸੀਂ ਇਹਨੂੰ ਕਿਉਂ ਰੱਖਿਆ ਹੈ? ਤੁਸੀਂ ਇਹਨੂੰ ਇਹਦੀ ਵਾਪਸ ਸਟੇਟ 'ਚ ਭੇਜੋ। ਇਹ ਅਧਿਕਾਰ ਹੈ ਕਿਸੇ ਮੁਲਜ਼ਮ ਦਾ ਜਾਂ ਕਿਸੇ ਕਨਵਿਕਟ ਦਾ ਕਿ ਜਦੋਂ ਉਹਦੀ ਸਜ਼ਾ ਹੋ ਜਾਂਦੀ ਹੈ ਉਹਨੂੰ ਆਪਣੀ ਸਟੇਟ ਦੇ ਉਸ ਜ਼ਿਲ੍ਹੇ ਜਾਂ ਉਹ ਤਹਿਸੀਲ 'ਚ ਭੇਜਣਾ ਪੈਂਦਾ ਜਿੱਥੇ ਉਹਦਾ ਪਿੰਡ ਹੈ, ਤਾਂ ਕਿ ਉਹਦੇ ਜਿਹੜੇ ਪੈਰੋਕਾਰ ਨੇ ਚਾਹੇ ਉਹਦੇ ਰਿਸ਼ਤੇਦਾਰ ਨੇ ਉਹਨੂੰ ਸੌਖੇ ਤਰ੍ਹਾਂ ਮਿਲ ਸਕਣ। ਇਹ ਵੀ ਗੱਲ ਨਹੀਂ ਕੀਤੀ। ਅਸੀਂ ਕੇਜਰੀਵਾਲ ਨੂੰ ਵਾਅਦਾ ਨਹੀਂ ਕੀਤਾ, ਉਹਨੇ ਟਾਲ ਮਟੋਲ ਕਰਕੇ ਸਾਨੂੰ ਭੇਜ ਦਿੱਤਾ, ਦੇਖਾਂਗੇ ਜੀ ਸਰਕਾਰ ਨਾਲ ਕੰਮ ਹੈ ਜੀ, ਮੈਂ ਗੱਲ ਕਰਾਂਗਾ। ਉਸ ਤੋਂ ਬਾਅਦ ਉਹਨ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਇਸ ਦੇ ਬਾਰੇ ਦੁਬਾਰਾ ਵੀ ਕਈ ਦਫਾ ਗੱਲਾਂ ਹੁੰਦੀਆਂ ਰਹੀਆਂ, ਡੈਪੂਟੇਸ਼ਨ ਵੀ ਜਾਂਦੇ ਰਹੇ ਨੇ, ਲੇਕਿਨ ਉਹਨਾਂ ਨੇ ਇਸ ਗੱਲ 'ਤੇ ਕੋਈ ਤਵੱਜੋ ਨਹੀਂ ਦਿੱਤੀ। ਜਿਹੜਾ ਹੈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ੍ਹ 'ਚ ਵਿੱਚ ਰੱਖਣਾ ਪਿਛਲੇ 3 ਸਾਲ ਤੋਂ ਬਿਲਕੁਲ ਗੈਰ ਕਾਨੂੰਨੀ ਆ। ਚੱਲ ਸਾਹਿਬ ਸੌਰੀ, ਜਿਹੜਾ ਤੁਸੀਂ ਇਹ ਕੇਸ ਦੀ ਗੱਲ ਕਰ ਰਹੇ ਹੋ, ਇਹ ਫੈਸਲਾ ਕਦੋਂ ਦਾ ਆ ਜਾਂ ਕਿਹੜੀ ਅਦਾਲਤ ਹੈ ਚੰਡੀਗੜ੍ਹ ਦੀ ਜੀ? ਇਹ ਵੀਰ ਜੀ ਜਿਹੜਾ ਨਵਾਂ ਕੇਸ ਜਿਹੜਾ ਨਾ ਮੈਂ ਤੁਹਾਨੂੰ ਬੇਨਤੀ ਕੀਤੀ ਤੀ, FIR 2005 'ਚ ਰਜਿਸਟਰ ਹੋਈ। ਇਹਦਾ ਜਿਹੜੇ ਦੂਜੇ 2 ਮੁਲਜ਼ਮ ਸਨ ਨਾਲ ਦੇ, ਉਹਨਾਂ ਦਾ 2005 ਚੋਂ ਕੇਸ ਦਾ ਜਿਹੜਾ ਸ਼ੁਰੂ ਹੋ ਕੇ 2008 'ਚ ਫੈਸਲਾ ਹੋ ਗਿਆ 3 ਸਾਲਾਂ 'ਚ। ਜੀ ਉਹਨਾਂ ਨੇ ਜਿਹੜੀ ਕੈਦ ਕੀਤੀ ਜਾਂ ਬਰੀ ਕੀਤੇ, ਉਹ ਆਪਣੀ ਜਿਹੜੀ ਹੈ ਸਜ਼ਾ ਭੁਗਤ ਕੇ ਕਦੇ ਦੇ ਘਰ ਵੀ ਚਲੇ ਗਏ ਨੇ। ਇਹ ਕੇਸ ਹੁਣ ਜਿਹੜੇ ਇੱਕ ਸ਼੍ਰੀ ਨਰਿੰਦਰ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਦੀ ਕੋਰਟ 'ਚ ਅਸੀਂ ਦਰਖਾਸਤ ਦਿੱਤੀ ਸੀ ਵੀ ਤੁਸੀਂ ਇਹ ਕੇਸ ਜਿਹੜਾ ਹੈ ਇਹਦਾ ਫੈਸਲਾ ਕਰੋ। ਉਹ ਕੇਸ ਦੀ ਉਹ ਜਿਹੜੀ ਅਸੀਂ ਦਰਖਾਸਤ ਦਿੱਤੀ ਸੀ ਉਹਦੇ 'ਤੇ ਅਸੀਂ ਕਹਿ ਰਹੇ ਸੀ ਵੀ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਇਹ ਫੈਸਲਾ ਕਦੋਂ ਦਾ ਹੈ ਜੀ? ਇਹ ਫੈਸਲਾ ਕੁਝ ਦਿਨਾਂ ਦਾ ਜਿਹੜੀ ਅਸੀਂ ਦਰਖਾਸਤ ਦਿੱਤੀ ਸੀ, ਜੋ ਅਸੀਂ ਦਿੱਤੀ ਸੀ ਇਹ ਮਾਰਚ 2022 ਜੀ। ਤੇ ਮਾਰਚ 2022 ਤੋਂ ਬਾਅਦ ਇਹਦੀਆਂ ਕਈ ਤਰੀਕਾਂ ਪਈਆਂ ਨੇ, ਤੇ ਹੁਣ ਜਿਹੜੀ 5/11 ਪਿਛਲੀ ਤਰੀਕ ਸੀ ਉਹਦੇ ਤੇ ਜੱਜ ਸਾਹਿਬ ਨੇ ਆਰਡਰ ਕੀਤਾ ਵੀ 17/12 ਲਈ ਉਹਨੂੰ ਪੇਸ਼ ਕੀਤਾ ਜਾਵੇ। ਸੋ ਇਹਦਾ ਮਤਲਬ 17/12 ਨੂੰ ਜਾਂ ਤਾਂ ਜਗਤਾਰ ਸਿੰਘ ਹਵਾਰਾ ਇੱਥੇ ਤਬਦੀਲ ਹੋ ਜਾਣਗੇ ਜਾਂ ਫਿਰ ਉਹ ਹੀਅਰਿੰਗ ਲਈ ਪੇਸ਼ ਕੀਤੇ ਜਾਊਗੇ। ਤਬਦੀਲ ਜਦੋਂ ਇੱਥੇ ਲਿਆਂਦੇ ਗਏ ਨਾ ਜੀ, ਕਿਉਂਕਿ ਉਹਨਾਂ ਦਾ ਕੇਸ ਹੀ ਸਿਰਫ ਤੇ ਸਿਰਫ ਇਹਦਾ ਟ੍ਰਾਇਲ ਚੱਲਣਾ ਹੈ, ਇੱਕੋ ਹੀ ਕੇਸ ਹੈ, ਤੇ ਉਹਨੂੰ ਇਸ ਜੇਲ੍ਹ 'ਚ ਦੇ ਰੱਖਣਾ ਵਾਜਬ ਬਣਦਾ, ਕਿਉਂਕਿ ਦੁਬਾਰਾ ਉੱਥੋਂ ਲਿਆਉਣਾ ਬੜਾ ਮੁਸ਼ਕਲ ਹੋਏਗਾ, ਤੇ ਬਾਕੀ ਜਿਹੜੀ ਹੈ ਨਾ ਲਿਆਉਣਾ ਦਿੱਲੀ ਤੋਂ, ਤੇ ਫਿਰ ਅਦਾਲਤ ਦੇ ਵਿੱਚ ਕੇਸ ਜਿਹੜਾ ਉਹ ਚੱਲ ਨਹੀਂ ਪਾਏਗਾ। ਸੋ 17/12 ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਨਗੇ, ਉਸ ਤੋਂ ਬਾਅਦ ਇਹ ਅਸੀਂ ਰਿਕੁਐਸਟ ਕਰਾਂਗੇ ਅਦਾਲਤ ਨੂੰ ਵੀ ਇਹਨੂੰ ਚੰਡੀਗੜ੍ਹ ਜੇਲ੍ਹ 'ਚ ਰੱਖਿਆ ਜਾਏ, ਕਿਉਂਕਿ ਚੰਡੀਗੜ੍ਹ ਜੇਲ੍ਹ 'ਚ ਹੈਗਾ, ਉੱਥੇ ਦਿੱਲੀ ਕੋਈ ਕੇਸ ਨਹੀਂ। ਚਲ ਸਾਹਿਬ, ਇੱਕ ਨਾ ਸਾਡੇ ਦਰਸ਼ਕਾਂ ਨੂੰ ਵੀ ਮੈਨੂੰ ਵੀ ਥੋੜ੍ਹੀ ਜਿਹੀ ਸਪਸ਼ਟ ਕਰ ਦਿਓ ਗੱਲ ਇਹ, ਕਿ ਅਸੀਂ ਸਾਰੇ ਕਹਿੰਦੇ ਆ ਕਿ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜੀ। ਜਿਹੜੇ ਜਿਵੇਂ ਰਾਜੀਵ ਗਾਂਧੀ ਦੇ ਹਥਿਆਰੇ ਮੈਂ ਪਹਿਲਾਂ ਕਿਹਾ ਉਹ ਰਿਲੀਜ਼ ਹੋ ਗਏ, ਜਾਂ ਜਿਹੜੇ ਪਿੰਕੀ ਕੈਟ ਹੁਣੀ ਸਾਰੇ ਹੋ ਗਏ, ਥੋੜ੍ਹਾ ਜਿਹਾ ਦਰਸ਼ਕਾਂ ਨੂੰ ਜਾਣ ਕੇ ਦੱਸੋ ਵੀ ਕਿਹੜੀ ਧਾਰਾ ਆ ਜਾਂ ਜਿਹਦੇ ਤਹਿਤ ਆਪਾਂ ਮੰਗਦੇ ਹਾਂ ਕਿ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਕੀਤੀ ਜਾਵੇ। ਦੇਖੋ, ਇਹ ਹਰ ਇੱਕ ਸਟੇਟ ਜਿਸ ਸਟੇਟ 'ਚ ਮੁਲਜ਼ਮ ਹੁੰਦਾ ਨਾ ਜੀ, ਉਸ ਸਟੇਟ ਦੇ ਕਾਨੂੰਨੀ ਤੌਰ 'ਤੇ ਕੋਈ ਉਹਨਾਂ ਨੇ ਰੂਲ ਬਣਾਏ ਨੇ ਵੀ ਜੇ ਇੱਕ ਜਿਹਨੂੰ ਉਮਰ ਕੈਦ ਹੋਈ ਹੈ, ਜੇ ਉਹਦੀ ਸਜ਼ਾ 12 ਸਾਲ 13 ਸਾਲ 14 ਸਾਲ ਹੱਦ 'ਚ 16 ਸਾਲ ਪੂਰੀ ਹੋ ਜੇ ਤਾਂ ਉਹਨੂੰ ਨੇਕ ਚੱਲਣੀ ਦੇ ਬਣਾ 'ਤੇ ਛੱਡ ਦਿੱਤਾ ਜਾਣਾ ਚਾਹੀਦਾ। ਸਾਡੇ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਕੇਸ ਹੈ। ਜਦੋਂ ਅਸੀਂ ਇਹਨਾਂ ਦਾ ਜਗਤਾਰ ਸਿੰਘ ਹਵਾਰਾ ਔਰ ਬਾਕੀ ਦੇ ਜਿਹੜੇ ਕੈਦੀ ਨੇ ਉਹਨਾਂ ਦਾ ਰੌਲਾ ਪਾਇਆ ਨਾ ਜੀ, ਅਸੀਂ ਇਹਨਾਂ ਕੋਲ ਜਿਹੜੀ ਜੇਲ੍ਹ ਹੈ ਚੰਡੀਗੜ੍ਹ, ਉਹਨਾਂ 'ਚੋਂ ਇਹਨਾਂ ਤੋਂ ਅਸੀਂ ਮੰਗੀਆਂ ਡਿਟੇਲਸ ਵੀ ਤੁਸੀਂ ਪਿੱਛੇ ਦੱਸੋ 5 ਸਾਲਾਂ 'ਚ ਜਿਹੜੇ ਉਮਰ ਕੈਦੀ ਸੀ ਉਹ ਕਦੋਂ ਛੱਡੇ ਤੇ ਕਿੰਨੀ ਚਿਰ ਬਾਅਦ ਛੱਡੇ। ਇਹਨਾਂ ਨੇ ਸਾਨੂੰ ਇੱਕ ਵੱਡੀ ਸਾਰੀ ਲਿਸਟ ਦੇ ਦਿੱਤੀ, ਜਿਹਦੇ 'ਚ ਕੋਈ 10 ਸਾਲਾਂ ਬਾਅਦ ਛੱਡਿਆ, ਕੋਈ 12 ਸਾਲਾਂ 'ਚ, ਕੋਈ 14 ਸਾਲਾਂ ਬਾਅਦ ਦੱਸਿਆ। ਤੇ ਇਸ ਕਰਕੇ ਇਹ ਜਿਹੜੀ ਹੈ ਪਾਲਿਸੀ ਜਾਂ ਇਹ ਕਾਨੂੰਨ ਜਿਹੜਾ ਸਟੇਟ ਦਾ, ਸਾਡੇ ਜਦੋਂ ਚੰਡੀਗੜ੍ਹ ਦੀ ਸਟੇਟ ਦਾ ਹੈਗਾ, ਬਾਕੀ ਦੇ ਸਾਰੇ ਮੁਲਜ਼ਮ ਜਿਹਨਾਂ ਨੂੰ ਉਮਰ ਕੈਦ ਹੋਈ ਉਹ ਛੱਡੇ ਗਏ ਨੇ, ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਇਹ ਕਾਰਨ ਪਤਾ ਨਹੀਂ, ਕਾਰਨ ਤਾਂ ਕੋਈ ਹੋ ਨਹੀਂ ਸਕਦਾ ਜਿੰਨਾ ਚਿਰ ਪੋਲੀਟੀਕਲ ਚਾਹੇ ਡਿਸਕ੍ਰਿਮੀਨੇਸ਼ਨ ਕਹਿ ਲਓ
ਇਸ ਮਾਮਲੇ 'ਚ ਕਿੰਨੀ ਦਫਾ ਅਸੀਂ ਜਦੋਜਹਿਦ ਕਰ ਚੁੱਕੇ ਹਾਂ, ਇਹ ਧਰਨੇ ਵੀ ਦਿੱਤੇ, ਅਸੀਂ ਜਿਹੜੇ ਜਲੂਸ ਵੀ ਕੀਤੇ, ਅਸੀਂ ਮਾਰਚ ਵੀ ਕੀਤੇ। ਔਰ ਇਸ ਸਾਲ ਦੇ ਵਿੱਚ ਜਨਵਰੀ ਦੇ ਵਿੱਚ ਅਸੀਂ ਜਦੋਂ ਇੱਕ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡਾ ਜਲੂਸ ਕੱਢ ਕੇ ਚੰਡੀਗੜ੍ਹ ਲੈ ਕੇ ਆਏ ਹਾਂ ਤੇ ਸਾਨੂੰ ਜਾਣ ਨਹੀਂ ਦਿੱਤਾ ਅੱਗੇ, ਤੇ ਸਾਨੂੰ ਰਾਹ 'ਚ ਰੋਕ ਲਿਆ, ਤੇ 5 ਆਦਮੀ ਜਾਂ 13 ਆਦਮੀ ਸਾਨੂੰ ਜਿਹੜੇ ਗਵਰਨਰ ਨੂੰ ਅਸੀਂ ਬਿਲਕੁਲ ਧਿਆਨ ਨਾਲ ਵੀਰੇ ਜੀ ਗਵਰਨਰ ਨੂੰ ਮਿਲਦੇ ਨਾਤੇ ਉਹਨੂੰ ਸਾਰਾ ਦੱਸਿਆ ਵੀ ਸਾਡੇ ਬੰਦੇ ਇਸ ਤਰ੍ਹਾਂ 22 25 ਸਾਲ ਤੋਂ ਅੰਦਰ ਆ, ਬਾਕੀ ਸਾਰੇ ਛੱਡੀ ਜਾਂਦੇ, ਇਹਨਾਂ ਨੂੰ ਕਿਉਂ ਨਹੀਂ ਛੱਡੀ ਜਾਂਦੇ। ਉਹਨਾਂ ਨੇ ਸਾਨੂੰ ਇਹ ਵਾਅਦਾ ਕੀਤਾ ਵੀ ਤੁਸੀਂ ਮੈਨੂੰ ਸਾਰਿਆਂ ਦੀ ਨਾਂ ਥਾਂ ਉਹਨਾਂ ਦੇ ਜਿਹੜੇ ਹੈਗੇ ਪਤੇ ਔਰ ਜਿਸ ਤਰੀਕ ਤੋਂ ਉਹਨਾਂ ਨੂੰ ਫੜਿਆ ਕੈਦ 'ਚ, ਤੇ ਜਿਸ ਤਰੀਕ ਤੱਕ ਉਹਨਾਂ ਦੀ ਕਿੰਨੀ ਪੂਰੀ ਹੋ ਜਾਂਦੀ 26 ਸਾਲ 25 ਸਾਲ ਚਾਹੇ 27 ਸਾਲ, ਉਹ ਮੈਨੂੰ ਸਾਰੀਆਂ ਵਿਸਤਾਰ ਦੇ ਦਿਓ, ਮੈਂ ਛੱਡ ਦਿਆਂਗਾ। ਅਸੀਂ ਉਹਨਾਂ ਨੂੰ ਵਿਦਨ 2 ਜਾਂ 3 ਡੇਜ਼ ਜਿਹੜਾ ਸੀ ਉਹ ਸਾਰਾ ਉੱਥੇ ਉਹਨਾਂ ਦੇ ਦਫ਼ਤਰ ਪਹੁੰਚਾ ਦਿੱਤਾ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹੇ, ਮਿਲਦੇ ਦੁਬਾਰਾ ਕਹਿਣ ਦੇ ਬਾਵਜੂਦ ਹੀ ਉਹ ਸਾਨੂੰ ਨਹੀਂ ਮਿਲੇ, ਔਰ 2 ਮਹੀਨੇ ਬਾਅਦ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਜੀ ਕਿਤੇ ਉੱਥੋਂ ਜਾ ਕੇ ਮਿਲੇ। ਅਸੀਂ ਉਹਨਾਂ ਨੂੰ ਜਾ ਕੇ ਚੇਤਾ ਕਰਾਇਆ ਵੀ ਤੁਸੀਂ ਆਹ ਵਾਅਦਾ ਕੀਤਾ ਸੀ, ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਅਸੀਂ ਦੇ ਗਏ ਸੀ ਜੋ ਚਾਹੁੰਦੇ ਸੀ, ਤੇ ਸਾਨੂੰ ਅਜੇ ਤੱਕ ਕੋਈ ਗੱਲ ਹੀ ਨਹੀਂ ਬਣੀ। ਉਹ ਕਹਿੰਦੇ ਜੀ ਇਹ ਮੇਰੇ ਅਧਿਕਾਰ 'ਚ ਨਹੀਂ ਹੈਗਾ ਸੀ, ਗਵਰਨਮੈਂਟ ਆਫ ਇੰਡੀਆ ਕਰੇਗੀ। ਤੇ ਮੈਂ ਕਿਹਾ ਇਹ ਤੁਹਾਡੇ ਅਧਿਕਾਰ ਸੀ, ਤੁਹਾਡਾ ਕੇਸ ਸੀ, ਤੇ ਤੁਸੀਂ ਰਿਕਮੈਂਡ ਕੀਤਾ ਸਾਨੂੰ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ, ਤੁਹਾਡੀ ਰਿਕਮੈਂਡੇਸ਼ਨ ਜੇ ਹੋ ਜਾਂਦੀ ਉਹਨਾਂ ਨੇ ਛੱਡ ਦੇਣਾ ਸੀ। ਇਸ ਤੇ ਗਵਰਨਰ ਸਾਹਿਬ ਨੇ ਕੋਈ ਜਵਾਬ ਦੇਣ ਦੀ ਗੱਲ ਨਹੀਂ ਕੀਤੀ, ਬਿਲਕੁਲ ਚੁੱਪ ਹੀ ਕਰ ਗਏ ਨੇ। ਸੋ ਇਸ ਤੋਂ ਆਪਾਂ ਕੀ ਕਰੀਏ ਵੀ ਨਾ ਤੇ ਇਸ ਮੁਲਕ 'ਚ ਕਾਨੂੰਨ ਚੱਲਦਾ ਹੈ, ਨਾ ਇਸ ਮੁਲਕ 'ਚ ਕੋਈ ਜਿਹੜੀ ਹੈ ਰੀਜ਼ਨਿੰਗ ਚੱਲਦੀ ਹੈ। ਇੱਕ ਕਾਨੂੰਨ ਜਿਹੜਾ ਮੇਰੇ ਲਈ ਹੋ ਰਿਹਾ, ਸਿੱਖਾਂ ਪ੍ਰਤੀ ਹੋ ਰਿਹਾ, ਬਾਕੀ ਲੋਕਾਂ ਲਈ ਹੋ ਰਿਹਾ, ਤੇ ਇਸ ਕਾਨੂੰਨ ਦੀ ਕੌਣ ਕਦਰ ਕਰੇਗਾ? ਕਾਨੂੰਨ ਤਾਂ ਸਾਰਿਆਂ ਦੀ ਬਰਾਬਰ ਹੋਣਾ ਚਾਹੀਦਾ ਨਾ। ਜੇ ਬਾਕੀ ਦੇ ਸਾਰੇ ਜਿਹੜੇ ਨੇ, ਕਿੱਡੀ ਵੱਡੀ ਬਦਕਿਸਮਤੀ ਹੈ ਵੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੇ ਵਿੱਚ ਰਹਿੰਦੇ ਨੇ ਝੂਠੇ ਐਨਕਾਊਂਟਰ ਕਰਕੇ ਕਈ ਨੌਜਵਾਨ ਮਾਰ ਦਿੱਤੇ ਨੇ, ਉਹਨਾਂ ਨੂੰ ਕਦੀ 2 ਸਾਲ ਬਾਅਦ ਛੱਡ ਦਿੰਦੇ ਨੇ, ਕਦੀ ਕਿਸੇ ਨੂੰ ਕਈਆਂ ਦਿਨਾਂ ਬਾਅਦ ਹੀ ਛੱਡ ਦਿੱਤਾ ਹੈ। ਬਿਲਕੁਲ ਠੀਕ ਹੈ ਜੀ। ਤੇ ਜੇ ਉਹਨਾਂ ਦੇ ਨਾਲ ਕਰੀਏ ਤੇ ਇਹਨਾਂ ਦੀ ਜਿਹੜੀ ਹੈ ਕਤਲ ਤੇ ਕਤਲ ਉਹੀ ਆ, ਭਾਵੇਂ ਬਿਆਨ ਸਿੰਘ ਦਾ ਕਤਲ ਹੈ ਤੇ ਭਾਵੇਂ ਕਿਸੇ ਨੌਜਵਾਨ ਦਾ, ਚਾਹੇ ਹੋਰ ਕਿਸੇ ਬੰਦੇ ਦਾ, 302 ਹੀ ਲੱਗਣੀ ਹੈ ਨਾ ਸਾਰਿਆਂ ਤੇ ਕਤਲ ਦਾ ਕੇਸ। ਜੇ ਉਹਨਾਂ ਨੂੰ ਛੱਡਿਆ ਜਾਂਦਾ, ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਘੱਟ ਤੋਂ ਘੱਟ ਕੋਈ ਜਵਾਬ ਹੀ ਦੇਣ। ਜਦੋਂ ਅਸੀਂ ਏਡੇ ਵੱਡੇ ਰਿਪਰੈਜ਼ੈਂਟੇਸ਼ਨ ਦਿੱਤੇ ਜਾਂ ਉਹਨਾਂ ਨੂੰ ਦਰਖਾਸਤ ਨੇ ਵੀ ਬੰਦੇ ਛੱਡੋ, ਕਾਨੂੰਨ ਕਹਿੰਦਾ ਹੈ, ਸਾਨੂੰ ਇਹ ਲਿਖ ਕੇ ਭੇਜਣ, ਪਰ ਅਸੀਂ ਇਸ ਕਾਰਨ ਨਹੀਂ ਛੱਡ ਰਹੇ। ਇਹ ਗੱਲ ਸਿਰਫ ਕਹਿ ਦੇਣੀ ਵੀ ਜੀ ਕਾਨੂੰਨ ਦੀ ਜਿਹੜੀ ਹੈਗੀ ਆ ਉਹ ਵਿਵਸਥਾ ਨਹੀਂ ਠੀਕ, ਸਟੇਟ ਦੇ ਵਿੱਚ ਝਗੜਾ ਹੋ ਜਾਏਗਾ, ਕੋਈ ਗੜਬੜ ਹੋ ਜਾਏਗੀ, ਲਾ ਐਂਡ ਆਰਡਰ ਦੀ ਪ੍ਰੋਬਲਮ ਆ, ਇਹ ਗੱਲਾਂ ਸੌਂਦੀਆਂ ਨੇ। ਇਹ ਗੱਲਾਂ ਹੁਣ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਸੁਖਦੇਵ ਸੂਰੀ ਦਾ ਜਿਹੜਾ ਕਤਲ ਹੋਇਆ ਹੈ, ਲਾ ਐਂਡ ਆਰਡਰ ਪ੍ਰੋਬਲਮ ਤਾਂ ਉੱਥੇ ਹੀ ਹੋ ਗਈ ਹੈ। ਬਿਲਕੁਲ ਜੀ, ਲਾ ਐਂਡ ਆਰਡਰ ਜਿਹੜਾ ਪ੍ਰੋਬਲਮ ਇਹਨੂੰ ਕੰਟੇਨ ਕਰਨਾ ਇਹ ਸਰਕਾਰ ਦੀ ਡਿਊਟੀ ਆ। ਇਹ ਤਾਂ ਜ਼ਰੂਰੀ ਨਹੀਂ, ਜਾਂ ਇਹ ਕਾਨੂੰਨ ਤਾਂ ਨਹੀਂ ਕਹਿੰਦਾ ਵੀ ਲਾ ਐਂਡ ਆਰਡਰ ਖਰਾਬ ਹੋਣ ਦੇ ਨਾਤੇ ਇੱਕ ਆਦਮੀ ਨੂੰ ਜਿਹਦਾ ਕਾਨੂੰਨੀ ਤੌਰ 'ਤੇ ਉਹਨੂੰ ਬਾਹਰ ਕੱਢਣਾ ਚਾਹੀਦਾ, ਉਹਨੂੰ ਸਾਰੀ ਉਮਰ ਅੰਦਰ ਰੱਖੋ। ਸੋ ਇਹ ਗੱਲ ਜਿਹੜੀ ਹੈ, ਤਦੇ ਹਰ ਕੋਨੇ ਤੋਂ ਸਿੱਖਾਂ ਵੱਲੋਂ ਇਹ ਆਵਾਜ਼ ਆ ਰਹੀ ਹੈ ਵੀ ਸਾਡੇ ਨਾਲ ਇਸ ਮੁਲਕ 'ਚ ਕੋਈ ਇਨਸਾਫ ਨਹੀਂ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਸਾਡੇ ਲਈ ਕਾਨੂੰਨ ਹੋਰ ਨੇ, ਬਾਕੀ ਲੋਕਾਂ ਲਈ ਹੋਰ ਕਾਨੂੰਨ ਨੇ। ਇਸ ਕਰਕੇ ਇਹ ਜਿਹੜੀਆਂ ਅਦਾਲਤਾਂ ਨੇ ਜਾਂ ਇਹ ਕਾਨੂੰਨ ਨੇ, ਇਹ ਪੱਖਪਾਤੀ ਨੇ। ਇਹਨਾਂ ਤੋਂ ਸਾਨੂੰ ਕਦੀ ਵੀ ਕਾਨੂੰਨ ਤੋਂ ਜਿਹੜੀ ਹੈ ਇਨਸਾਫ ਨਹੀਂ ਮਿਲ ਸਕਦਾ। ਚੱਲ ਸਾਹਿਬ, ਜਿਹੜੀ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਸੀਗੀ ਸਰਕਾਰਾਂ ਨੂੰ, ਰਾਸ਼ਟਰਪਤੀ ਨੂੰ ਵੀ ਜੀ, ਉਹਦੇ ਵਿੱਚ ਸਾਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਬਾਰੇ ਇੱਕ ਪੁਲਿਸ ਦੀ ਰਿਪੋਰਟ ਮੈਂ ਪੜ੍ਹੀ ਸੀ ਜੀ। ਉਹਨਾਂ ਸਾਰਿਆਂ ਵਿੱਚ ਜਿਹੜਾ ਉਹਨਾਂ ਦਾ ਆਚਰਣ ਹੈ ਉਹ ਗੁੱਡ ਲਿਖਿਆ ਹੋਇਆ ਸੀਗਾ ਜੀ। ਇਹਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਤਾਂ ਇਹ ਗੱਲ। ਹਾਂਜੀ। ਦੂਜੀ ਗੱਲ, ਤੁਹਾਡੇ ਧਿਆਨ 'ਚ ਹੋਣਾ ਪਿੱਛੇ ਜਿਹੇ ਜਿਹੜੇ ਪਰਮਜੀਤ ਸਿੰਘ ਭਿਓਰਾ, ਉਹਨਾਂ ਦੀ ਮਦਰ ਬਹੁਤ ਜ਼ਿਆਦਾ ਬਿਮਾਰ ਰਹੇ ਆ, ਉਹਨਾਂ ਨੂੰ ਈਵਨ ਉੱਥੇ ਦਰਸ਼ਨ ਕਰਨ ਲਈ ਵੀ ਜਾਣ ਦਿੱਤਾ ਗਿਆ। ਫਿਰ ਜਿਹੜੇ ਬਿਆਨ ਸਿੰਘ ਮਰਡਰ ਕੇਸ ਦੇ 9 ਵਿੱਚੋਂ 2 ਮੁਲਜ਼ਮ ਤਾਂ ਬਰੀ ਹੋ ਗਏ ਸੀ ਜੀ। ਜਿਹੜੇ 3-4 ਹੋਰ ਥੇ ਬੜੈਲ ਜੇਲ੍ਹ 'ਚ, ਜਿਹਨਾਂ 'ਚੋਂ ਸ਼ਮਸ਼ੇਰ ਸਿੰਘ ਹੋਇਆ, ਨਸੀਬ ਸਿੰਘ ਹੋਇਆ, ਗੁਰਮੀਤ ਸਿੰਘ ਹੋਇਆ, ਲਖਵਿੰਦਰ ਸਿੰਘ ਹੋਇਆ, ਇਹ ਸਾਰਿਆਂ ਨੂੰ ਪਰੋਲ ਤੇ ਭੇਜਿਆ ਜਾਂਦਾ ਰਿਹਾ, ਔਰ ਪਰੋਲ ਤੇ ਬਿਲਕੁਲ ਅਨੁਸ਼ਾਸਨ ਵਿੱਚ ਰਹੇ ਆ। ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਪਰੋਲ ਦੌਰਾਨ ਇਹ ਅਨੁਸ਼ਾਸਨ ਵਿੱਚ ਰਹੇ ਆ, ਕੋਈ ਇਹਨਾਂ ਨੇ ਕੋਈ ਇਹੋ ਜਿਹੀ ਸਰਗਰਮੀ ਨਹੀਂ ਕੀਤੀ, ਫਿਰ ਸਰਕਾਰ ਦਾ ਇਹ ਜਿਹੜਾ ਵਾਸਤਾ ਆ ਕਿ ਜੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜਾਊਗੀ, ਜਾਂ ਜਿਹੜਾ ਹੋਰ ਆਨੇ ਬਹਾਨੇ ਲਾਏ ਜਾ ਰਹੇ ਆ, ਕੀ ਇਹ ਲੱਗਦਾ ਨਹੀਂ ਵੀ ਇਹ ਬਿਲਕੁਲ ਹੀ ਬੇਇਨਸਾਫੀ ਹੋ ਰਹੀ ਆ? ਬੇਇਨਸਾਫੀ ਨਹੀਂ, ਇਸ ਤੋਂ ਵੱਡੀ ਬੇਇਨਸਾਫੀ ਹੋਰ ਹੋ ਹੀ ਨਹੀਂ ਸਕਦੀ। ਬਦਕਿਸਮਤੀ ਆ ਵੀ ਜਦੋਂ ਇੱਕ ਬੰਦਾ ਪੈਰੋਲ ਤੇ ਜਾਂਦਾ ਹੈ, ਉਹ ਪੈਰੋਲ ਖਤਮ ਕਰਕੇ ਵਾਪਸ ਆ ਜਾਂਦਾ ਹੈ, ਔਰ ਉਹਨੇ ਆਪਣੀ ਪੈਰੋਲ ਦੇ
ਦੌਰਾਨ ਕੋਈ ਗਲਤ ਕੰਮ ਨਹੀਂ ਕੀਤਾ, ਉਹਦੀ ਜਦੋਂ ਦੁਬਾਰਾ ਪੈਰੋਲ ਹੋਣੀ, ਉਹਦੀ ਫਿਰ ਦੁਬਾਰਾ ਰਿਪੋਰਟ ਮੰਗਣੀ, ਦੁਬਾਰਾ ਫਿਰ ਆਪਣੀ ਦੁਬਾਰਾ ਮੰਗਣੀ, ਉਹਦੇ ਨਾਲ ਮਹੀਨਿਆਂ ਬੱਧੀ ਨਹੀਂ ਹਜ਼ਾਰਾਂ ਰੁਪਏ ਲੋਕਾਂ ਦੇ ਨੁਕਸਾਨ ਹੁੰਦਾ ਹੈ ਰਿਪੋਰਟ ਤੇ। ਔਰ ਬਦਕਿਸਮਤੀ ਇੱਕ ਹੋ ਰਿਹਾ ਵੀ ਜਿਹੜੀ ਰਿਪੋਰਟ ਹੈ ਉਹ ਉੱਥੋਂ ਜਾ ਕੇ ਕਾਂਸਟੇਬਲ ਜਿਹੜਾ ਥਾਣੇ ਦਾ ਉਹ ਕਰ ਦਿੰਦਾ ਹੈ, ਉਹਦੇ ਤੇ ਸਾਰੇ ਦੇ ਸਾਰੇ ਜਿਹੜਾ ਹੈ ਮੁੜ ਕੇ ਜਿਹੜਾ ਯੈਸ ਕਰੀ ਜਾਂਦੇ ਨੇ। ਕਦੀ ਇਹ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਭਾਈ ਪਿਛਲੀ ਵਾਰ ਇਹ ਬੰਦਾ ਆਇਆ ਸੀ, ਇਹ ਬਿਲਕੁਲ ਠੀਕ ਰਿਹਾ ਸੀ, ਤੂੰ ਐਰਕਾ ਰਿਪੋਰਟ ਇਹ ਗਲਤ ਕਰ ਦਿੱਤੀ, ਇਹਦੇ ਨਾਲ ਕੀ ਕਾਰਨ ਹੈ। ਮਤਲਬ ਜੋ ਇੱਕ ਦਫਾ ਥੱਲਿਓਂ ਰਿਪੋਰਟ ਗਲਤ ਚਾਹੇ ਠੀਕ ਹੋਏ, ਉਹਦੀ ਬਣਾ ਤੇ ਛੱਡਦੇ ਨੇ, ਜਿਹਦਾ ਕੋਈ ਆਧਾਰ ਨਹੀਂ ਹੁੰਦਾ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਪ੍ਰੋਸੀਜਰ ਹੈ ਇਹ ਬਿਲਕੁਲ ਫਾਲਟੀ ਹੈ। ਇਹਦੇ 'ਚ ਜੋ ਮਰਜ਼ੀ ਪੁਲਿਸ ਵਾਲਿਆਂ ਕੋ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਲਿਖਾ ਲੇ, ਗਲਤ ਲਿਖਾਉਣਾ ਠੀਕ ਲਿਖਾਉਣਾ, ਕਿਸੇ ਨੂੰ ਛੱਡਣਾ ਕਿ ਨਹੀਂ ਛੱਡਣਾ, ਜਿਹਦਾ ਆਚਰਨ ਮਾੜਾ ਹੈ ਉਹਦਾ ਚੰਗਾ ਲਿਖ ਸਕਦੇ ਨੇ, ਜਿਹਦਾ ਚੰਗਾ ਨਹੀਂ ਹੈਗਾ ਉਹਦਾ ਜਿਹੜਾ ਚੰਗਾ ਲਿਖ ਸਕਦੇ ਨੇ। ਆਪਾਂ ਜਿਹੜੀ ਇਹ ਪੈਰੋਲ ਦੀ ਦੇਖ ਹੀ ਲਿਆ ਹੈ, ਰਾਮ ਰਹੀਮ ਨੂੰ ਜਿਹੜਾ ਹੈ ਕਿਸ ਬਿਨਾਂ ਤੇ ਪੈਰੋਲ ਦੇ ਰਹੇ ਨੇ। ਇੰਨਾ ਵੱਡਾ ਕ੍ਰਾਈਮ ਜਿਹੜਾ ਘਿਨਾਉਣਾ, ਹੀਨੀਅਸ ਕ੍ਰਾਈਮ ਜਿਹਨੇ ਉਹਨ ਕੀਤੇ ਨੇ, ਔਰ ਉਹਦੇ ਤੇ ਕੇਸ ਵੀ ਕਿੰਨੇ ਪੈਂਡਿੰਗ ਨੇ, ਉਹਨੂੰ ਝਾਟੀ ਦੇ ਦਿੰਦੇ ਨੇ, ਕਿਉਂਕਿ ਇਹ ਸਰਕਾਰੀ ਗੱਲਾਂ ਨੇ। ਸਰਕਾਰ ਦੇ ਨਾਲ ਗੱਲੀ ਜਿਹੜੀ ਹੈ ਪੋਲੀਟੀਕਲ, ਇਹ ਆਪਣੀਆਂ ਗੱਲਾਂ ਨੂੰ ਸੋਚਦੇ ਨੇ, ਪੋਲੀਟੀਕਲ ਦੇ ਨਾਲ ਇਹ ਲੋਕਾਂ ਦੀ ਜਿਹੜੀ ਭਾਵਨਾ ਵੇਖਦੇ ਨੇ ਕਿਸ ਨਾਲ ਜੋੜਨੀ ਹੈ ਤੇ ਕਿਸ ਨਾਲ ਨਹੀਂ ਜੋੜਨੀ। ਸੋ ਇਹ ਸਿੱਖ ਭਾਵਨਾ ਦੇ ਵਿੱਚ ਤੇ ਕੋਈ ਵੀ ਜਿਹੜਾ ਠੀਕ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ। ਇਹਦਾ ਨਤੀਜਾ ਇਹੋ ਹੀ ਨਿਕਲਾ ਵੀ ਪੰਜਾਬ ਦੇ ਵਿੱਚ ਤਾਂ ਕਦੀ ਅਮਨ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਜਦੋਂ ਤੁਸੀਂ ਕਾਨੂੰਨ ਹੀ ਆਪਣੇ ਨੂੰ ਨਹੀਂ ਪਾਲਦੇ, ਆਪਣੇ ਕਾਨੂੰਨ ਦੀ ਆਪ ਹੀ ਉਲੰਘਣਾ ਕਰਦੇ ਨੇ। ਇੱਕ ਗੈਰ ਕਾਨੂੰਨੀ ਸਰਕਾਰ ਕਰੀ ਜਾਂਦੀ ਆ, ਇੱਕ ਸਿਸਟਮ ਗੈਰ ਕਾਨੂੰਨੀ ਕਰੀ ਜਾਂਦਾ, ਤੇ ਦੂਜੇ ਜਿਨ੍ਹਾਂ ਨਾਲ ਗੈਰ ਕਾਨੂੰਨੀ ਹੋ ਰਹੀ ਆ ਉਹਨਾਂ ਨੂੰ ਤੁਸੀਂ ਕਹਿੰਦੇ ਤੁਸੀਂ ਕਾਨੂੰਨ ਦੇ ਵਿੱਚ ਰਹੋ। ਇਹ ਕਿਹੜਾ ਇਨਸਾਫ ਹੈ ਜੀ? ਚਲ ਸਾਹਿਬ, ਪਿੱਛੇ ਜਿਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਕਮੇਟੀ ਬਣਾਈ ਗਈ ਸੀ 13 ਮੈਂਬਰੀ ਜੀ, ਜਥੇਦਾਰ ਦੇ ਆਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਣਾਈ ਸੀਗੀ। ਉਹ ਕਮੇਟੀ ਕੰਮ ਕਰਨ ਤੋਂ ਪਹਿਲਾਂ ਹੀ ਖੇਰੂ ਹੋ ਗਈ ਜੀ। ਇੱਕ ਮਤ ਇਹ ਵੀ ਆ ਰਿਹਾ ਕਿ ਪਿਛਲੇ ਸਮੇਂ ਤੋਂ ਜਿਹੜੇ ਪੰਜਾਬੀ ਸਿੱਖ ਆ ਉਹ ਜੇ ਦਿਲੋਂ ਤੁਰਨ ਯਤਨ ਕਰਨ ਤਾਂ ਸਰਕਾਰਾਂ ਦੀ ਮਜਾਲ ਨਹੀਂ ਕਿ ਉਹ ਨਾ ਝੁਕਣ। ਤੁਸੀਂ ਮਹਿਸੂਸ ਕਰਦੇ ਹੋ ਕਿ ਅਸੀਂ ਵੀ ਕਿਤੇ ਨਾ ਕਿਤੇ ਢਿਲਮਠ ਵਰਤ ਰਹੇ ਹਾਂ? ਨਹੀਂ, ਦੇਖੋ ਅਸੀਂ ਨਹੀਂ ਵਰਤ ਰਹੇ, ਅਸੀਂ ਤਾਂ ਮਤਲਬ ਸਾਰੇ ਸਿੱਖ ਤੇ ਨਹੀਂ, ਸਿੱਖਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਜੀ। ਇਹਦੇ 'ਚ ਦੋ ਰਾਇਆਂ ਨੇ, ਇਹਦੇ 'ਚ ਦੋ ਅਸੀਂ ਓਪੀਨੀਅਨ ਨਹੀਂ ਦੇ ਸਕਦੇ ਵੀ ਸਾਡੀ ਜਿਹੜੀ ਸਰਮੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ, ਜਿਨ੍ਹਾਂ ਕੋਲ 15 ਸਾਲ ਰਾਜ ਵੀ ਰਿਹਾ ਹੈ, ਉਹਨਾਂ ਨੇ ਇਸ ਮਾਮਲੇ 'ਚ ਬਿਲਕੁਲ ਕੋਈ ਚੰਗੀ ਕਾਰਵਾਈ ਨਹੀਂ ਕੀਤੀ। ਉਹਨਾਂ ਦਾ ਜਿਹੜਾ ਰਵੱਈਆ ਸੀ ਜਾਂ ਉਹਨਾਂ ਦੇ ਕਾਰਵਾਈ ਸੀ ਉਹ ਇਹ ਸੀ ਵੀ ਇਹ ਅੱਤਵਾਦੀ ਹੈ ਤੇ ਇਹ ਬਾਹਰ ਹੀ ਰਹਿਣ ਤੇ ਚੰਗਾ ਹੈ, ਇਹਨਾਂ ਨੂੰ ਨਾ ਲਿਆਉਣਾ ਇੱਧਰ। ਜੇ ਉਹ ਯੂਪੀ ਦੇ ਬੰਦੇ ਇੱਥੇ ਜਿਨ੍ਹਾਂ ਦਾ ਕਤਲ ਹੋਇਆ, ਜਿਨ੍ਹਾਂ ਨੇ ਕਤਲ ਕੀਤਾ, ਐਨਕਾਊਂਟਰ ਕੀਤਾ ਹੈ, ਉਹਨਾਂ ਦੀ ਰਿਹਾਈ ਕਰ ਸਕਦੇ ਆ, ਤੇ ਆਪਣਾ ਨਹੀਂ ਸੀ ਇਹ ਕਹਿ ਸਕਦੇ ਵੀ ਤੁਸੀਂ ਸਾਡੇ ਬੰਦੇ ਵੀ ਜਿਹੜੇ ਉਹਨਾਂ ਨੂੰ ਛੱਡੋ, ਜਾਂ ਬਾਕੀ ਜਿਨ੍ਹਾਂ ਦੀ ਜਿਹੜੀ ਹੈ ਕੋਸ਼ਿਸ਼, ਜਿਨ੍ਹਾਂ ਦੇ ਕੇਸ ਚੱਲਦੇ ਉਹਨਾਂ ਦੇ ਕੇਸ ਨਿਬੇੜੋ ਤਾਂ ਕਿ ਉਹ ਬਾਹਰ ਆਉਣ। ਪੰਜਾਬ ਦੇ ਵਿੱਚੋਂ ਸਿਰਫ ਤੇ ਸਿਰਫ ਇਸ ਵੱਡੀ ਕੁਤਾਈ ਕਰਕੇ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹ ਵੀ ਬਾਦਲਾਂ ਦੇ ਨਾਲ ਚੱਲ ਰਹੀ ਸੀ, ਚਲਾ ਰਹੇ ਨੇ ਬਾਦਲ। ਇਹਦਾ ਨਤੀਜਾ ਇਹ ਸੀ ਵੀ ਜਦੋਂ ਬਾਦਲਾਂ ਨੇ ਏਡੀ ਵੱਡੀ ਜਿਹੜੀ ਹੈ ਸਹਾਰਨਾ ਦਿੱਤੀ ਸਰਕਾਰ ਨੂੰ ਵੀ ਬੰਦੇ ਛੱਡੋ ਚਾਹੇ ਨਾ ਛੱਡੋ, ਸਾਡਾ ਕੋਈ ਸਾਰੋਕਾਰ ਨਹੀਂ, ਅਸੀਂ ਨਹੀਂ ਇਹਨਾਂ ਨੂੰ ਛਡਾਉਣ ਦੇ ਇੰਟਰਸਟਡ। ਸਾਡੀ ਜਿਹੜੀ ਬਾਕੀ ਜਥੇਬੰਦੀਆਂ ਨੇ, ਭਾਵੇਂ ਹੋਰ ਅਕਾਲੀ ਦਲ ਨੇ ਚਾਹੇ ਕੋਈ ਹਿਊਮਨ ਰਾਈਟਸ ਬਾਡੀਜ਼ ਨੇ, ਉਹਨਾਂ ਨੂੰ ਸਰਕਾਰ ਜਿਹੜੀ ਹੈ, ਜਾਂ ਸਰਕਾਰ ਪੰਜਾਬ ਦੀ ਹੋ ਗਈ, ਚਾਹੇ ਸਰਕਾਰ ਗਵਰਨਮੈਂਟ ਆਫ ਇੰਡੀਆ ਦੀ ਹੋ ਗਈ, ਚਾਹੇ ਯੂਟੀ ਦੀ ਸਰਕਾਰ ਹੈ, ਉਹਨਾਂ ਦੀ ਉਨੀ ਤਵੱਜੋ ਉਹਨਾਂ ਨਾਲ ਨਹੀਂ ਹੈਗੀ। ਉਹ ਸਮਝਦੇ ਨੇ ਵੀ ਇਹਨਾਂ ਦੀ ਕੋਈ ਰਾਜਨੀਤਿਕ ਤੌਰ 'ਤੇ ਕੀਮਤ ਨਹੀਂ, ਇਹਨਾਂ ਦੇ ਪਿੱਛੇ ਕੋਈ ਜਿਹੜਾ ਹੈ ਪਬਲਿਕ ਨਹੀਂ ਹੈਗੀ, ਇਸ ਕਰਕੇ ਨਹੀਂ ਮੰਨ ਰਹੇ। ਸੋ ਇਸ ਨੂੰ ਅਸੀਂ ਬਰੀ ਨਹੀਂ ਕਰ ਸਕਦੇ ਵੀ ਬਾਦਲ ਜਿਹੜਾ ਹੈ ਸਰਕਾਰ ਰਹੀ ਹੈ, ਚਾਹੇ ਬਾਦਲ ਸ਼੍ਰੋਮਣੀ ਅਕਾਲੀ ਦਲ ਹੈ, ਉਹਨਾਂ ਦਾ ਇਹਨਾਂ ਸਿੰਘਾਂ ਨੂੰ ਅੰਦਰ ਰੱਖਣ 'ਚ ਬਹੁਤ ਵੱਡਾ ਯੋਗਦਾਨ ਹੈ। ਆਪਾਂ ਇਸ ਤੋਂ ਵੀ ਗੱਲ ਕਰ ਸਕਦੇ ਹਾਂ ਵੀ ਹੁਣੇ ਆਪਾਂ ਜਦੋਂ ਪ੍ਰੈਜ਼ੀਡੈਂਟ ਦੀ ਚੋਣ ਹੋਈ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਦੀ, ਉਦੋਂ ਸਰਕਾਰ ਨੂੰ ਜਾ ਕੇ ਜਾਂ ਬੀਜੇਪੀ ਸਰਕਾਰ ਨੂੰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨਾ ਕਿਸੇ ਨੇ ਬੁਲਾਇਆ, ਨਾ ਉਹਨੂੰ ਸੱਦਿਆ, ਤੇ ਜਾ ਕੇ ਉੱਥੇ ਬੀਜੇਪੀ ਦੇ ਵਾਲਿਆਂ ਨੂੰ ਜਾ ਕੇ ਕਹਿੰਦਾ ਜੀ ਵੀ ਅਸੀਂ ਤੁਹਾਨੂੰ ਸਪੋਰਟ ਕਰਨੀ ਆ। ਭਾਵੇਂ ਇਹਨਾਂ ਦੀ ਵੋਟ ਜਿਹੜੀ ਹੈ ਬੜੀ ਘੱਟ ਸੀ, ਕੋਈ ਕੀਮਤ ਨਹੀਂ ਸੀ, ਲੇਕਿਨ ਏਡੀ ਵੱਡੀ ਗਿਰਾਵਟ ਦੀ ਕੀ ਲੋੜ ਸੀ ਵੀ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਅਸੀਂ ਤੁਹਾਨੂੰ ਵੋਟ ਦੇਵਾਂਗੇ। ਉਹਨਾਂ ਦੇ ਇਹ ਜਾ ਕੇ ਕਿਉਂ ਨਹੀਂ ਕੀਤੀ ਪਾਬੰਦੀ, ਜਾਂ ਇਹਨਾਂ 'ਤੇ ਸ਼ਰਤ ਕਿਉਂ ਨਹੀਂ ਲਾਈ ਵੀ ਵੋਟ ਤਾਂ ਅਸੀਂ ਤੁਹਾਨੂੰ ਦਿੰਦੇ ਹਾਂ ਜੀ, ਤੁਸੀਂ ਸਾਡੇ ਬੰਦੇ ਛੱਡੋ। ਐਸਾ
ਅਜੇ ਤੱਕ ਵੀ ਕਰਨ ਨੂੰ ਤਿਆਰ ਨਹੀਂ। ਇਸ ਵੇਲੇ ਵੀ ਤੁਸੀਂ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੰਦੀ ਸਿੰਘਾਂ ਨੂੰ ਛਡਾਉਣ ਲਈ ਕੋਈ ਸਾਜ਼ਗਾਰ ਜਿਹੜੀ ਹੈਗੀ ਆ ਕਦਮ ਨਹੀਂ ਹੈਗੀ। ਠੀਕ ਹੈ ਜੀ। ਉਹਦੇ ਬਾਰੇ ਉਹਨਾਂ ਨੇ ਆਪਣੀ ਰਾਜਨੀਤਿਕ ਥੋੜਾ ਬਹੁਤਾ ਲਾਇਆ ਲਾਉਣ ਲਈ ਸ਼੍ਰੋਮਣੀ ਕਮੇਟੀ ਅੱਗੇ ਕਰ ਦਿੱਤੀ ਹੈ। ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਕੋਸ਼ਿਸ਼ ਕਰ ਰਹੇ ਨੇ। ਇੱਕ ਪੋਲੀਟੀਕਲ ਬਾਡੀ ਤੇ ਇੱਕ ਧਾਰਮਿਕ ਬਾਡੀ ਦਾ ਬੜਾ ਫਰਕ ਹੈ। ਇਸ ਕਰਕੇ ਅਸੀਂ ਪਿੱਛੇ ਜੇ ਉਹਨਾਂ ਨੇ ਪਹਿਲੇ ਆਪਣੀ ਜਿਹੜੀ ਕਮੇਟੀ ਬਣਾਈ ਸੀ 13 ਮੈਂਬਰ ਤੋਂ ਬਾਅਦ, ਉਸ ਤੋਂ ਬਾਅਦ ਧਾਮੀ ਸਾਹਿਬ ਨੇ ਚੰਡੀਗੜ੍ਹ 'ਚ ਇੱਕ ਵਕੀਲਾਂ ਦੀ ਜਿਹੜੀ ਸੀ ਸਭਾ ਕੀਤੀ ਸੀ, ਇਕੱਠ ਕੀਤਾ ਸੀ। ਉਹਦੇ ਵਿੱਚ ਮੈਨੂੰ ਵੀ ਬੁਲਾਇਆ ਸੀ। ਉੱਥੇ ਜਾ ਕੇ ਗੱਲਾਂ ਕੀਤੀਆਂ ਵੀ ਬੰਦੀ ਸਿੰਘਾਂ ਨੂੰ ਕਿੱਦਾਂ ਛਡਾਇਆ ਜਾਵੇ, ਦੱਸਿਆ, ਤਰੀਕੇ ਦੱਸੇ, ਕਾਨੂੰਨੀ ਤੌਰ ਦਾ ਪੱਖ ਵੇਖਿਆ। ਅਤੇ ਨਾਲ ਉਹਨਾਂ ਨੂੰ ਇੱਕ ਗੱਲ ਮੈਂ ਜਾਤੀ ਤੌਰ 'ਤੇ ਕਹੀ ਵੀ ਧਾਮੀ ਸਾਹਿਬ ਇਹ ਜਿਹੜੀ ਗੱਲ ਆ ਇਹ ਰਾਜਨੀਤਿਕ ਆ, ਤੁਸੀਂ ਧਾਰਮਿਕ ਆਗੂ ਆ, ਤੁਸੀਂ ਇਹਦੇ 'ਚ ਨਾ ਆਓ, ਤੁਸੀਂ ਬਾਦਲ ਨੂੰ ਅੱਗੇ ਕਰੋ, ਬਾਦਲ ਦਲ ਨੂੰ ਅੱਗੇ ਕਰੋ ਤਾਂ ਕਿ ਉਹ ਇਸ ਗੱਲ ਦੇ ਜਿਹੜਾ ਅੱਗੇ ਲਾ ਕੇ ਇਸ ਗੱਲ ਦੀ ਪੈਰਵਾਈ ਕਰਨ। ਜੇ ਤੁਸੀਂ ਕਰ ਰਹੇ ਆ ਤਾਂ ਤੁਹਾਡਾ ਵੀ ਜਿਹੜਾ ਅਕਸ ਖਰਾਬ ਹੋ ਰਿਹਾ ਵੀ ਬਾਦਲ ਦਲ ਉੱਦਾਂ ਤੇ ਜਿਹੜਾ ਹੈ ਇਸ ਵੇਲੇ ਲੋਕਾਂ ਦੇ ਮਨਾਂ 'ਚੋਂ ਨਿਕਲਿਆ ਅਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਫਿਰ ਜਿੰਦਾ ਕਰਨ ਦੀ, ਉਹਨਾਂ ਨੂੰ ਚਲਾਉਣ ਦੀ, ਜਿਹੜੀ ਕਿ ਤੁਹਾਡਾ ਜਿਹੜਾ ਨੁਕਸਾਨ ਹੋਏਗਾ। ਨਾ ਬੰਦੀ ਸਿੰਘ ਛੱਡੇ ਜਾਣਗੇ ਅਤੇ ਨਾ ਤੁਹਾਨੂੰ ਕੋਈ ਫਾਇਦਾ ਨਿਕਲੇਗਾ। ਸ਼੍ਰੋਮਣੀ ਕਮੇਟੀ ਜਿਹੜੀ ਕਮੇਟੀ ਹੈ ਉਹਦੀ ਵੀ ਜਿਹੜੀ ਹੈ ਨੁਕਸਾਨ ਹੋਏਗਾ ਉਹਨਾਂ ਨੂੰ। ਲੇਕਿਨ ਉਹਨਾਂ ਨੇ ਇਹ ਗੱਲ ਮੰਨੀ ਨਹੀਂ। ਇੱਥੇ ਸਾਡੀ ਇੱਕ ਕਮੇਟੀ ਬਣਾ ਦਿੱਤੀ, ਉਹ ਵੀ ਲਗਭਗ ਕੋਈ ਫੰਕਸ਼ਨ ਨਹੀਂ ਕਰ ਸਕੀ ਜੀ। ਚਲ ਸਾਹਿਬ, ਤੁਸੀਂ ਵਿਦੇਸ਼ਾਂ 'ਚ ਕਾਫੀ ਗੇੜੇ ਲਾਏ ਆ ਜੀ। ਤੁਸੀਂ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਯੂਨੈਸਕੋ UN ਵਿੱਚ ਉਠਾਉਂਦੇ ਰਹੇ ਆ ਜੀ। ਅਤੇ ਇੱਕ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਆ ਕਿ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਸਿੱਖ ਆ, ਪੰਜਾਬੀ ਆ, ਉਹ ਪੰਜਾਬ ਲਈ ਇੱਕ ਖਾਸ ਪੀੜਾ ਰੱਖਦੇ ਆ ਜੀ। ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਰਕੇ ਉਹਨਾਂ ਲਈ ਇੱਕ ਦਰਦ ਆ ਉਹਨਾਂ ਦੇ ਮਨਾਂ ਵਿੱਚ। ਉੱਥੇ ਉਹ ਮੁਜ਼ਾਹਰੇ ਵੀ ਕਰਦੇ ਆ, ਪ੍ਰੋਟੈਸਟ ਵੀ ਕਰਦੇ ਆ। ਕੀ ਤੁਸੀਂ ਜਦੋਂ ਹੁਣ ਬਾਹਰ ਜਾ ਗੇੜੇ ਲਾਉਂਦੇ ਹੋ, ਕੀ ਤੁਸੀਂ ਉਹਨਾਂ ਦੇ ਮਸਲੇ ਜਿਹੜੇ ਆ ਇਹ ਬੰਦੀ ਸਿੰਘਾਂ ਵਾਲਾ ਯੂਨੈਸਕੋ UN 'ਚ ਉਠਾਇਆ ਜਾਂ ਕਿਸੇ ਅਜਿਹੀ ਜਿਹੜੀ ਇੰਟਰਨੈਸ਼ਨਲ ਜਥੇਬੰਦੀ ਆ ਉਹਦੇ ਕੋਲ ਉਠਾਇਆ, ਜਾਂ ਤੁਸੀਂ ਉੱਥੇ ਕੀ ਮਹਿਸੂਸ ਕੀਤਾ ਕਿ ਉੱਥੇ ਜਿਹੜੇ ਸਿੱਖ ਬੈਠੇ ਆ, ਜਿਹੜੇ ਵਿਦੇਸ਼ ਵਿੱਚ ਬੈਠੇ ਸਿੱਖ ਆ, ਉਹ ਕੀ ਮਹਿਸੂਸ ਕਰ ਰਹੇ ਆ ਜੀ? ਇਹ ਦੇਖੋ, ਉਹਨਾਂ ਨੂੰ ਇੰਨਾ ਹੀ ਦਰਦ ਹੈ ਜਿਹੜੇ ਬਾਹਰ ਬੈਠੇ ਸਿੱਖ, ਜਿਨ੍ਹਾਂ ਦੀ ਸਿੱਖ ਭਾਵਨਾਵਾਂ ਜਿਹੜੀਆਂ ਨੇ ਠੀਕ ਨੇ, ਜਿਹੜੇ ਕਿ ਪਾਰਟੀ ਪੋਲਿਟਿਕਸ ਉੱਠ ਕੇ ਕਹਿੰਦੇ ਨੇ ਵੀ ਸਿੱਖਾਂ ਦਾ ਭਲਾ ਹੋਵੇ, ਸਿੱਖੀ ਦਾ ਭਲਾ ਹੋਵੇ, ਪੰਜਾਬ ਦਾ ਭਲਾ ਹੋਵੇ, ਪੰਜਾਬ ਦੇ ਲੋਕਾਂ ਦਾ ਭਲਾ ਹੋਵੇ। ਉਹ ਇਸ ਗੱਲ ਨੂੰ ਬਹੁਤ ਹੀ ਡੂੰਘੇ ਤੌਰ 'ਤੇ ਵਿਚਾਰਦੇ ਨੇ। ਇਹਦੇ ਲਈ ਜਿਹੜਾ ਹੈ ਕੰਪੇਨ ਵੀ ਕਰ ਰਹੇ ਨੇ, ਤਰ੍ਹਾਂ ਦੇ ਉੱਥੇ ਜਿਹੜੇ ਨੇ ਰਿਪਰਜੈਂਟੇਸ਼ਨ ਕਰਦੇ ਨੇ, ਡਿਮੋਨਸਟ੍ਰੇਸ਼ਨ ਕਰਦੇ ਨੇ, ਸਰਕਾਰਾਂ ਨੂੰ ਵੀ ਰਿਪਰਜੈਂਟੇਸ਼ਨ ਦਿੰਦੇ ਨੇ, ਯੂਨੈਸਕੋ ਜਾਂ UNO 'ਚ ਵੀ ਗੱਲ ਕਰਦੇ ਨੇ, ਹਿਊਮਨ ਰਾਈਟਸ ਦੀ ਬਾਡੀ ਉਹਨਾਂ ਨੂੰ ਵੀ ਗੱਲ ਕਰਦੇ ਨੇ। ਪਰ ਸਭ ਤੋਂ ਵੱਡੀ ਗੱਲ ਆ, ਇੱਕ ਜਿੰਨਾ ਚਿਰ ਰਾਜਸੀ ਸਾਡਾ ਢਾਂਚਾ ਨਹੀਂ ਨਾ ਹੈਗਾ ਜੀ, ਅਸੀਂ ਸਟੇਟਲੈਸ ਪੀਪਲ ਇਸ ਵੇਲੇ ਗਿਣੇ ਜਾਂਦੇ ਜੀ 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 ਹਾਂਜੀ। ਸੋ ਸਾਡੀ ਉੱਥੇ ਵੀ ਕੋਈ ਫਰਿਆਦ ਜਿਹੜੀ ਹੈ ਐਡੀ ਅੱਛੀ ਨਹੀਂ ਗੱਲ ਬਣਦੀ। ਸਭ ਤੋਂ ਵੱਡੀ ਸਾਡੀ ਜੇ ਗੱਲ ਬਣਨੀ ਹੈ, ਕਿਉਂਕਿ ਸਾਡਾ ਪੰਜਾਬ ਦਾ ਮਸਲਾ ਹੈ, ਸਾਡੇ ਸਿੱਖਾਂ ਦਾ ਮਸਲਾ, ਪੰਜਾਬ ਦੇ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਦਾ ਮਸਲਾ ਹੈ। ਜਿੰਨਾ ਚਿਰ ਇੱਥੇ ਦੀ ਸਰਕਾਰ ਦੇ ਨਾਲ ਸਾਡੀ ਆਪਣੀ ਰਾਜਨੀਤਿਕ ਪਾਰਟੀ ਜਿਹਦਾ ਦਬਦਬਾ ਹੈਗਾ, ਜਿਹੜੀ ਰਾਜ ਕਰਨ ਦੇ ਹੱਕਦਾਰ ਵੀ ਰਹਿੰਦੀ ਹੈ, ਉਹ ਨਹੀਂ ਜੇ ਅੱਗੇ ਲੱਗਦੀ, ਉਹਨਾਂ ਚਿਰ ਇਹ ਕੰਮ ਜਿਹੜਾ ਹੈ ਜੇ ਢਿੱਲਾ ਮੱਠਾ ਹੀ ਰਹੇਗਾ। ਇਹਦੇ ਵਿੱਚ ਕੋਈ ਸਾਨੂੰ ਪੂਰਤੀ ਜਾਪਦੀ ਨਹੀਂ। ਬਾਹਰਲੀਆਂ ਵੀ ਜਿਹੜੀਆਂ ਬਾਡੀਜ਼ ਨੇ, ਉਹ ਜਿਹੜੀਆਂ ਹਿਊਮਨ ਰਾਈਟਸ ਬਾਡੀ ਨੇ, ਉਹਨਾਂ ਨੂੰ ਸਰਕਾਰ ਜਦੋਂ ਮਰਜ਼ੀ ਆਉਣ ਦਿੰਦੀ ਹੈ, ਜਦੋਂ ਮਰਜ਼ੀ ਨਹੀਂ ਆਉਣ ਦਿੰਦੀ। ਉਹਨਾਂ ਦੀ ਗੱਲ ਜਿਹੜੀ ਹੈ ਝਾਟੀ ਕੱਟ ਦਿੰਦੀ ਹੈ ਵੀ ਉਹ ਝੂਠ ਬੋਲਦੇ ਨੇ ਜੀ, ਉਹਨਾਂ ਦਾ ਤਾਂ ਕੋਈ ਆਧਾਰ ਹੀ ਨਹੀਂ ਜੀ। ਸਾਡਾ ਡੈਮੋਕ੍ਰੇਟਿਕ ਸੈਟਅਪ ਆ, ਅਸੀਂ ਸਾਰੀਆਂ ਗੱਲਾਂ ਕਾਨੂੰਨੀ ਕਰਦੇ ਨੇ। ਜਿਹੜੇ ਬੰਦੇ ਅੰਦਰ ਰੱਖੇ ਨੇ ਕਾਨੂੰਨੀ ਰੱਖੇ ਨੇ। ਆਪਣਾ ਉਹ ਸੁਪਰੀਮ ਕੋਰਟ ਚਲੇ ਜਾਣ, ਹਾਈ ਕੋਰਟ ਚਲੇ ਜਾਣ, ਉਹਨਾਂ ਨੂੰ ਕੋਈ ਫਾਇਦਾ ਮਿਲਦਾ ਠੀਕ ਹੈ ਜੀ। ਅਦਾਲਤਾਂ ਨਹੀਂ ਦਿੰਦੀਆਂ ਤਾਂ ਅਸੀਂ ਕੀ ਕਰੀਏ ਜੀ? ਮਤਲਬ ਇਸ ਤਰ੍ਹਾਂ ਦੀ ਜਿਹੜੀ ਆ ਉਹ ਧਾਰਨਾ ਬਣਾ ਕੇ ਅਤੇ ਇਸ ਗੱਲ ਨੂੰ ਕਿਸੇ ਬੰਨੇ ਲੱਗਣ ਨਹੀਂ ਦਿੰਦੇ। ਅਦਾਲਤਾਂ ਜਿਹੜੀਆਂ ਜਾਂਦੇ, ਹੁਣ ਅਦਾਲਤ ਦੇ ਵਿੱਚ ਆਪਾਂ ਦੇਖਿਆ ਹੀ ਆ, ਬਲਵੰਤ ਸਿੰਘ ਰਾਜੋਆਣੇ ਦੀ ਜਿਹੜੀ ਹੈ ਮਰਸੀ ਪਟੀਸ਼ਨ, ਉਹ ਕਿੰਨੇ ਸਾਲ ਤੋਂ ਪ੍ਰੈਜ਼ੀਡੈਂਟ ਕੋ ਪਈ। ਬਿਲਕੁਲ ਜੀ, ਬਿਲਕੁਲ। ਹੁਣ ਉਹਦਾ ਕੋਈ ਫੈਸਲਾ ਕਰਨ ਨੂੰ ਤਿਆਰ ਨਹੀਂ। ਕਈ ਦਫਾ ਸੁਪਰੀਮ ਕੋਰਟ ਕੋ ਜਾਇਆ ਗਿਆ। ਸੁਪਰੀਮ ਕੋਰਟ ਕੀ ਕਰੇਗੀ? ਪਹਿਲੇ ਤਾਂ ਸੁਪਰੀਮ ਕੋਰਟ ਇਹ ਪਟੀਸ਼ਨ ਸੁਣਨ ਦੀ ਹੱਕ ਹੀ ਨਹੀਂ। ਸੁਪਰੀਮ ਕੋਰਟ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਿੱਦਾਂ ਕਹਿ ਸਕਦੀ ਤੂੰ ਇਹਦਾ ਫੈਸਲਾ ਕਰ? ਇਹ ਉਹਦਾ ਆਪਣੀ ਡਿਊਟੀ ਬਣਦੀ ਹੈ, ਗਵਰਨਮੈਂਟ ਦੀ ਡਿਊਟੀ ਬਣਦੀ ਹੈ ਉਹਦਾ ਫੈਸਲਾ ਕਰਾਏ। ਉੱਥੇ ਤਰੀਕਾਂ ਦੇ ਦਿੰਦੇ ਜੀ, ਤੁਸੀਂ ਕਦੋਂ ਫੈਸਲਾ ਕਰੋਗੇ ਜੀ? ਉਹ ਕਹਿੰਦੇ ਜੀ ਮਹੀਨੇ ਦੀ ਤਰੀਕ ਦੇ ਦਿਓ ਜੀ, ਉਹ ਫਿਰ 2 ਮਹੀਨੇ ਦੇ ਦਿਓ, 4 ਸਾਲਾਂ ਬਾਅਦ ਹੀ ਨਿਕਲ ਜਾਂਦੇ ਨੇ। ਲੇਕਿਨ ਉਹਦਾ ਨਤੀਜਾ ਕੀ ਨਿਕਲਦਾ? ਜ਼ੀਰੋ। ਅਲਟੀਮੇਟਲੀ ਸਰਕਾਰ ਨੇ ਇਹੋ ਕਰ ਦੇਣਾ ਜੀ, ਅਸੀਂ ਮੌਕੇ ਦੇ ਮੁਤਾਬਕ ਕਰ ਦਾਂਗੇ। ਉਹ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦੇਣੀ ਆ। ਸੁਪਰੀਮ ਕੋਰਟ ਇਹ ਕਦੀ ਵੀ ਨਹੀਂ ਆਪਣਾ ਅਧਿਕਾਰ ਵਰਤਣਾ ਵੀ ਜੇ ਤੁਸੀਂ ਨਹੀਂ ਇਹਦੀ ਕਰਦੇ ਫੈਸਲਾ ਤਾਂ ਅਸੀਂ ਇਹਨੂੰ ਛੱਡ ਦਿੰਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਰਾਜੀਵ ਗਾਂਧੀ ਦੇ ਕੇਸ ਦੇ ਵਿੱਚ, ਸਾਡੇ ਨਾਲ ਵੀ ਇਹ ਹੋ ਸਕਦਾ
ਵੀ ਤੁਸੀਂ ਨਹੀਂ ਫੈਸਲਾ ਕਰਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਜ਼ਮਾਨਤ ਦੇ ਦਿੰਦੇ ਹਾਂ। ਜੀ ਜੀ। ਲੇਕਿਨ ਇਹ ਵੀ ਗੱਲ ਜਿਹੜੀ ਹੈ ਨਾਮੁਮਕਿਨ ਹੈ। ਜੀ ਜੀ। ਅਦਾਲਤਾਂ ਸਾਡੇ ਨਾਲ ਨਹੀਂ ਹੈਗੀਆਂ। ਠੀਕ ਹੈ ਜੀ। ਚਰ ਸਾਹਿਬ, ਤੁਸੀਂ ਹਵਾਰਾ ਸਾਹਿਬ ਨੂੰ ਜੇਲ੍ਹ 'ਚ ਮਿਲਦੇ ਰਹੇ ਹੋ ਜੀ। ਹੁਣ ਤੁਹਾਡਾ ਜਿਹੜਾ ਸਹਾਇਕ ਆ ਉਹ ਵੀ ਅਕਸਰ ਮਿਲਦਾ ਜੀ। ਜਦੋਂ ਹੁਣ 1995 ਤੋਂ, ਵੈਸੇ 19 ਸਤੰਬਰ 1995 'ਚ ਮਿਲਦਾ ਅਰੈਸਟ ਹੋ ਗਏ ਸੀਗੇ ਮੇਰਾ ਖਿਆਲ ਆ। ਨਹੀਂ ਜੀ, ਜਨਵਰੀ 1996 ਦੇ ਲਗਭਗ। 1996 ਹੋਏ ਸੀ ਜੀ। 96 ਤੋਂ ਲੈ ਕੇ ਹੁਣ ਤੱਕ ਉਹ ਲਗਭਗ ਬਹੁਤਾ ਸਮਾਂ ਜੇਲ੍ਹ 'ਚ ਹੀ ਰਹੇ ਆ ਜੀ। ਤੁਸੀਂ ਉਹਨਾਂ ਨੂੰ ਨੇੜਿਓਂ ਦੇਖਦੇ ਹੋ, ਉਹਨਾਂ ਦੀ ਜਿਹੜੀ ਮਤਲਬ ਕਿ ਇੰਨੇ ਚਿਰਾਂ ਬਾਅਦ, ਸਾਲਾਂ ਬਾਅਦ ਮਾਨਸਿਕਤਾ ਕਿਸ ਤਰ੍ਹਾਂ ਦੀ ਆ, ਸਿਹਤ ਕਿਸ ਤਰ੍ਹਾਂ ਦੀ ਆ, ਉਹ ਸਾਡੇ ਸਿੱਖਾਂ ਬਾਰੇ, ਪੰਜਾਬੀਆਂ ਬਾਰੇ, ਪੰਥ ਬਾਰੇ ਕੀ ਸੋਚਦੇ ਆ? ਦੇਖੋ, ਇੰਨਾ ਲੰਬਾ ਸਮਾਂ ਜਿਹੜਾ ਨਾ ਉਹ ਜੀ। ਜੇਲ੍ਹ 'ਚ ਹੀ ਨਹੀਂ ਰਹੇ। ਸਿਰਫ ਉਹਨਾਂ ਨੂੰ ਤੁਸੀਂ ਪਤਾ ਹੈ ਵੀ ਜਦੋਂ ਉਹ 2004 ਦੇ ਵਿੱਚ ਜੇਲ੍ਹ ਬ੍ਰੇਕ ਹੋਣ ਦੇ ਨਾਂ ਤੇ ਨੱਠ ਗਏ ਸੀ। ਜੀ ਜੀ, ਬਿਲਕੁਲ। ਜੇਲ੍ਹ ਦੇ ਵਿੱਚੋਂ ਗਏ ਸੀ, ਤਾਂ ਹੀ ਮੈਂ ਕਹਿਣਾ ਥੋੜਾ ਬਹੁਤਾ ਲੰਬਾ ਸਮਾਂ। ਹਾਂਜੀ। ਉਸ ਤੋਂ ਬਾਅਦ ਉਹ ਜਿਹੜੇ ਫੇਰ ਫੜੇ ਗਏ, ਫੜਨ ਤੋਂ ਬਾਅਦ ਉਹਨਾਂ ਨੂੰ ਕਈ ਕੇਸਾਂ 'ਚ ਇਨਵੋਲਵ ਫਿਰ ਕੀਤਾ ਗਿਆ। ਜੀ ਜੀ। ਔਰ ਉਹਦੇ 'ਚ ਪੁਲਿਸ ਜਿਹੜਾ ਰਿਮਾਂਡ ਲੈਂਦੇ ਰਹੇ ਨੇ। ਜੀ ਜੀ। ਉਸ ਰਿਮਾਂਡ ਦੇ ਦੌਰਾਨ ਉਹਨਾਂ ਨੂੰ ਬਹੁਤ ਵੱਡੀ ਲੈਵਲ ਤੇ ਟੌਰਚਰ ਕੀਤਾ ਗਿਆ। ਜੀ ਜੀ। ਹਾਂਜੀ, ਉਹਨਾਂ ਦੇ ਕੋਟਲੇ ਲਾਉਣੇ, ਉਹਨਾਂ ਦੇ ਚੱਡੇ ਪਾੜਨੇ, ਜੀ ਜੀ। ਉਹਨਾਂ ਨੂੰ ਹੋਰ ਤਰ੍ਹਾਂ ਦੇ ਮਾਨਸਿਕ ਜਿਹੜੇ ਦੁੱਖ ਦੇਣੇ, ਠੀਕ ਹੈ ਜੀ। ਟੌਰਚਰ ਦੇ ਜਿਹੜੇ ਮੈਕਸਿਮਮ 3rd ਗ੍ਰੇਡ ਜਿਹਨੂੰ ਆਪਾਂ ਕਹਿੰਦੇ, ਉਹ ਸਾਰਾ ਪੁਲਿਸ ਨੇ ਵਰਤਿਆ। ਉਹਦੇ ਨਾਲ ਉਹਨਾਂ ਦੀ ਸਰੀਰ ਤੇ ਬਹੁਤ ਵੱਡਾ ਨੁਕਸਾਨ ਪਹੁੰਚਾ। ਕਦੇ ਉਹਨਾਂ ਦੀ ਕਦੀ ਲੱਤ ਦੁਖਣ ਲੱਗ ਪੈਂਦੀ ਹੈ, ਕਦੀ ਸਿਰ ਦੇ ਵਿੱਚ ਦਰਦ ਹੋ ਜਾਂਦੀ ਹੈ, ਕਦੀ ਹੋਰ ਪ੍ਰੋਬਲਮ ਆ ਜਾਂਦੀ ਹੈ। ਵੈਸੇ ਜੇ ਉਹਨਾਂ ਨੂੰ ਇਹ ਦੇਖੀਏ, ਉਹਨਾਂ ਦੀ ਇੰਨਾ ਲੰਬਾ ਜੇਲ੍ਹ ਦੇ ਵਿੱਚ ਹੋਣ ਦੀ ਮਨੋਬਲ ਉਹਨਾਂ ਦਾ ਜਿੰਨਾ ਵੱਡਾ ਕਹੀਏ ਓਨਾ ਹੀ ਥੋੜ੍ਹਾ ਹੈ। ਉਹਨਾਂ ਦੇ ਮਨ ਤੇ ਕਦੀ ਪਰੇਸ਼ਾਨੀ ਨਹੀਂ ਆਈ ਵੀ ਮੈਂ ਜੇਲ੍ਹ ਦੇ ਵਿੱਚ ਆ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਕੋਈ ਆਸ ਨਹੀਂ ਬਾਹਰ ਜਾਣ ਦੀ। ਉਹ ਇੱਕੋ ਗੱਲ ਕਹਿੰਦੇ, ਮੈਂ ਪੰਥ ਲਈ ਜੰਮਿਆ, ਮੈਂ ਪੰਥ ਲਈ ਮਰਨਾ। ਮੈਂ ਉਹ ਕੋਈ ਵੀ ਨਹੀਂ ਗੱਲ ਕਰਨੀ ਜਿਹੜੀ ਪੰਥ ਦੀ ਹਾਨੀਕਾਰਕ ਹੋਵੇ, ਚਾਹੇ ਪੰਥ ਨੂੰ ਜਿਹੜਾ ਹੈ ਨੁਕਸਾਨ ਹੋਵੇ। ਮੈਂ ਛੁੱਟਾਂ ਚਾਹੇ ਨਾ ਛੁੱਟਾਂ, ਮੈਨੂੰ ਜੇਲ੍ਹ 'ਚੋਂ ਜਿਹੜੀ ਹੈ ਇਹ ਜ਼ਮਾਨਤ ਮਿਲੇ ਚਾਹੇ ਨਾ ਮਿਲੇ, ਚਾਹੇ ਮੇਰੀ ਰਿਹਾਈ ਚਾਹੇ ਹੋਏ ਚਾਹੇ ਨਾ ਹੋਏ, ਸਿਧਾਂਤਾਂ ਦੇ ਤੌਰ 'ਤੇ ਮੈਂ ਲੜ ਰਿਹਾ, ਸਿਧਾਂਤਾਂ ਦੇ ਤੌਰ 'ਤੇ ਲੜਦਾ ਰਿਹਾ। ਉਹਨਾਂ ਦੀ ਸਿਹਤ ਸਵਾਏ ਇਸ ਤਰ੍ਹਾਂ ਦੀ ਜਿਹੜੀ ਇੱਕ ਦੋ ਦਫਾ ਮੁਸ਼ਕਿਲ ਪਈ ਹੈ, ਉਹ ਜਦੋਂ ਆਪਾਂ ਮਿਲ ਜਾਂਦੇ ਹਾਂ ਉਹ ਚੜ੍ਹਦੀ ਕਲਾ 'ਚ ਹੁੰਦੇ ਆ। ਉਹਨਾਂ ਦਾ ਚਿਹਰਾ ਅਜੇ ਵੀ ਐਂ ਲੱਗਦਾ ਜਿੱਦਾਂ ਉਹ 25-26 ਸਾਲ ਦੇ ਨੌਜਵਾਨ ਹੁੰਦੇ ਨੇ। ਏਡੀ ਵੱਡੀ ਜਿਹੜੀ ਹੈਗੀ ਆ ਉਹਨਾਂ ਦੇ ਚਿਹਰੇ ਦੇ ਦਗ ਦਗ ਕਰਦੇ ਨੇ। ਉਹਦਾ ਕਾਰਨ ਇਹ ਹੈ ਵੀ ਉਹ ਵੇਲੇ ਸਿਰ ਉੱਠਦੇ ਨੇ। ਵੇਲੇ ਸਿਰ ਉੱਠ ਕੇ ਜਿਹੜਾ ਹੈ ਨਹਾ ਧੋ ਕੇ ਪਾਠ ਕਰਦੇ ਨੇ, ਪਾਠ ਕਰਕੇ ਫਿਰ ਜਿਹੜਾ ਹੈ ਉਹ ਕਸਰਤ ਵੀ ਕਰਦੇ ਨੇ। ਰੋਜ਼ਾਨਾ ਜਿਹੜੀ ਇਹ ਰੂਟੀਨ ਹੈ ਉਹ ਕਰਨ ਦੇ ਨਾਲ ਉਹਨਾਂ ਦੀ ਸਰੀਰ ਜਿਹੜੀ ਦੀ ਸਿਹਤ ਹੈ ਬਹੁਤ ਵਧੀਆ ਹੈ। ਚਲ ਸਾਹਿਬ, ਇੱਕ ਥੋੜ੍ਹਾ ਜਿਹਾ ਹਟਵਾਂ ਸਵਾਲ ਆ, ਕਿਉਂਕਿ ਤੁਸੀਂ ਗੱਲ ਕੀਤੀ ਆ ਟੌਰਚਰ ਦੀ। ਜੀ। ਕਾਨੂੰਨ ਮੁਤਾਬਕ ਆਪਾਂ ਇਹ ਕਹੀਏ ਕਿ ਜਦੋਂ ਪੁਲਿਸ ਇੰਟਰੋਗੇਸ਼ਨ ਕਰਦੀ ਆ ਤਦ ਟੌਰਚਰ ਕਰਨਾ ਹੁੰਦਾ। ਹਾਂਜੀ। ਜੇਲ੍ਹਾਂ ਵਿੱਚ ਜਦੋਂ ਤੁਸੀਂ ਚਲ ਗਏ, ਜੁਡੀਸ਼ੀਅਲ ਮਰਤਬਾ ਦੇ ਦਿੱਤਾ, ਫਿਰ ਕੋਈ ਇਹੋ ਜਿਹਾ ਕਾਨੂੰਨ ਨਹੀਂ ਕਹਿੰਦਾ ਕਿ ਤੁਹਾਡਾ ਟੌਰਚਰ ਹੋਵੇ, ਇੰਟਰੋਗੇਸ਼ਨ ਹੋਵੇ। ਪਰ ਆਪਾਂ ਜਿਹੜੇ ਅੰਕੜੇ ਦੇਖਦੇ ਹਾਂ, ਮੈਂ ਇੱਕ ਪਿੱਛੇ ਰਿਪੋਰਟ ਪੜ੍ਹੀ ਸੀ ਹੁਣੇ ਹੀ, ਉਹਦੇ ਵਿੱਚ ਇਹ ਕਿਹਾ ਗਿਆ ਕਿ ਉੱਤਰੀ ਭਾਰਤ ਵਿੱਚੋਂ ਸਭ ਨਾਲੋਂ ਵੱਧ ਜਿਹੜੀਆਂ ਮੌਤਾਂ ਆ ਉਹ ਪੁਲਿਸ ਹਿਰਾਸਤ ਪੰਜਾਬ ਵਿੱਚ ਹੁੰਦੀਆਂ। ਇੱਕ ਤਾਂ ਇਹ, ਦੂਜਾ ਇਹ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਲੇ ਵੀ ਟੌਰਚਰ ਹੋ ਰਿਹਾ। ਮੇਰੇ ਯਾਦ ਆ ਜਦੋਂ ਬਿਆਨ ਸਿੰਘ ਮਰਡਰ ਕੇਸ ਜਿਹੜਾ ਆ, ਮੈਂ ਇੱਕ ਅਖਬਾਰ ਵੱਲੋਂ ਕਵਰ ਕਰਦਾ ਰਿਹਾ, ਉਸ ਵੇਲੇ ਜੇਲ੍ਹ ਪ੍ਰਸ਼ਾਸਨ ਤੇ ਸਿੰਘਾਂ ਵਿੱਚ ਆਪਸ ਕਾਫੀ ਤਕਰਾਰ ਹੋ ਗਿਆ ਸੀ, ਕੁੱਟਮਾਰ ਵੀ ਹੋਈ ਸੀਗੀ, ਖੂਨ ਵੀ ਵਹਿਆ ਸੀਗਾ। ਇੱਕ ਤਾਂ ਇਹ ਦੱਸੋ ਕਿ ਕੀ ਸੱਚੀ ਹਾਲੇ ਵੀ ਜੇਲ੍ਹਾਂ ਵਿੱਚ ਕੁੱਟਮਾਰ ਹੋ ਰਹੀ ਆ, ਟੌਰਚਰ ਹੋ ਰਿਹਾ, ਤੇ ਇਹ ਕੀ ਕਾਨੂੰਨ ਇਹਦੀ ਆਗਿਆ ਦਿੰਦਾ? ਦੇਖੋ, ਕਾਨੂੰਨ ਤਾਂ ਉਦੋਂ ਵੀ ਨਹੀਂ ਆਗਿਆ ਦਿੰਦਾ ਜਦੋਂ ਆਦਮੀ ਫੜਿਆ ਜਾਂਦਾ ਨਾ, ਪੁਲਿਸ ਦੇ ਰਿਮਾਂਡ ਜਿਹਨੂੰ ਕਹਿੰਦੇ ਅਸੀਂ, ਪੁਲਿਸ ਹਿਰਾਸਤ ਦੇ ਵਿੱਚ, ਉਦੋਂ ਵੀ ਨਹੀਂ ਇਜਾਜ਼ਤ ਦਿੰਦਾ। ਅੱਛਾ ਜੀ। ਸਾਡੇ ਫੈਸਲੇ ਨੇ ਦੁਬਾਰਾ ਵੀ ਤੁਸੀਂ ਉਹਨਾਂ ਨੂੰ 3rd ਡਿਗਰੀ ਟੌਰਚਰ ਨਹੀਂ ਕਰ ਸਕਦੇ। ਇਹ ਵੀ ਫੈਸਲੇ ਹੈਗੇ ਨੇ ਸਾਡੀ ਆਪਣੀ ਹਾਈ ਕੋਰਟ ਦੇ ਵੀ ਜਿੰਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਟੌਰਚਰ ਦੇ ਇਹਨਾਂ ਨੇ ਜਿਹੜੇ ਇੰਸਟਰੂਮੈਂਟ ਰੱਖੇ ਨੇ, ਭਾਵੇਂ ਉਹ ਘੋਟਣੇ ਨੇ, ਭਾਵੇਂ ਇਲੈਕਟ੍ਰਿਕ ਸ਼ੌਕ ਦਿੰਦੇ ਨੇ, ਭਾਵੇਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮਾੜੇ ਕਦਮ ਨੇ, ਉਹ ਸਾਰੇ ਜਿਹੜੇ ਨੇ ਡਿਸਟਰੋਏ ਕਰਨੇ ਚਾਹੀਦੇ। ਪੁਲਿਸ ਸਟੇਸ਼ਨਾਂ 'ਚ ਨਹੀਂ ਹੋਏ। ਲੇਕਿਨ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਜ਼ਬਾਨੀ ਕਲਾਮੀ ਨੇ। ਤੁਸੀਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਇਸ ਜਿਹੜੀ ਇੰਟੈਰੋਗੇਸ਼ਨ ਇਹਨੂੰ ਕਹਿ ਲਓ, ਇੰਟੈਰੋਗੇਸ਼ਨ ਦਾ ਮਤਲਬ ਆ ਜਿਹਨੂੰ ਤੁਸੀਂ ਜਾਨੋਂ ਮਾਰਨਾ ਹੋਏ ਚਾਹੇ ਜਿਹਨੂੰ ਤੁਸੀਂ ਨਿਕੰਮਾ ਕਰਨਾ ਹੋਵੇ, ਉਹ ਟੌਰਚਰ ਕਰਕੇ ਉਹਨੂੰ ਤੁਸੀਂ ਇਨਵੈਸਟੀਗੇਸ਼ਨ ਕਹੀ ਜਾਂਦੇ ਆ। ਉਹਨਾਂ ਤੇ ਪਾਬੰਦੀ ਕਦੀ ਆਪਾਂ ਵੇਖਿਆ ਹੀ ਆ ਵੀ ਅਦਾਲਤਾਂ ਵੀ ਕਹੀ ਜਾਂਦਾ ਵੀ ਉਹਨਾਂ ਦਾ ਜੀ ਮੈਡੀਕਲ ਕਰਕੇ ਕਰਵਾਓ ਹਰ ਰਿਮਾਂਡ ਤੋਂ ਬਾਅਦ। ਲੇਕਿਨ ਮੈਡੀਕਲ ਦੇ ਬਾਵਜੂਦ ਵੀ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਹੁੰਦਾ, ਉਹ ਤੁਰ ਨਹੀਂ ਸਕਦੇ। ਅਦਾਲਤ 'ਚ ਜਿਹੜਾ ਉਹਨਾਂ ਨੂੰ ਜਿਹੜਾ ਹੈ ਮੋਢਿਆਂ 'ਤੇ ਚੁੱਕ ਕੇ ਖੜਿਆ ਜਾਂਦਾ, ਚਾਹੇ ਉਹਨਾਂ ਨੂੰ ਸਹਾਰਾ ਦੇ ਕੇ ਖੜਿਆ ਜਾਂਦਾ। ਅਦਾਲਤਾਂ ਫਿਰ ਅੰਨ੍ਹੇਵਾਹ ਉਹਨਾਂ ਨੂੰ ਇਹ ਨਹੀਂ ਪੁੱਛਦੀਆਂ ਵੀ ਟੌਰਚਰ ਕਿਉਂ ਕੀਤਾ ਤੁਸੀਂ। ਇੰਨੀ ਹਿੰਮਤ ਹੀ ਨਹੀਂ ਮੈਜਿਸਟ੍ਰੇਟਾਂ ਦੇ ਵਿੱਚ
ਵੀ ਉਹਨਾਂ ਨੂੰ ਪੁੱਛ ਸਕਣ। ਸਾਡੇ ਇਨਵੈਸਟੀਗੇਸ਼ਨ ਦਾ ਮਤਲਬ ਹੈ ਖਾਸ ਕਰਕੇ ਸਿੱਖਾਂ ਨਾਲ ਔਰ ਉਹਨਾਂ ਕੇਸਿਸ ਨਾਲ ਜਿੱਥੇ ਖਾਲਿਸਤਾਨੀ ਕਹੀ ਜਾਂਦੇ ਨੇ, ਜਿੱਥੇ ਟੈਰੋਰਿਸਟ ਕਹੇ ਜਾਂਦੇ ਨੇ, ਜਿੱਥੇ ਜਿਹੜੇ ਹੋਰ ਇਸ ਤਰ੍ਹਾਂ ਦੇ ਜਿਹੜੇ ਸਟੇਟ ਦੇ ਖਿਲਾਫ ਲਈ ਜਾਂਦੇ ਨੇ, ਉਹਨਾਂ ਨੂੰ ਟੌਰਚਰ ਕਰਨੋਂ ਇਹ ਪਿੱਛੇ ਨਹੀਂ ਹਟਦੇ। ਉਹਨਾਂ ਨੂੰ ਟੌਰਚਰ ਇਸੇ ਕਰਕੇ ਵੀ ਕਰੀ ਜਾਂਦੇ ਨੇ ਵੀ ਉਹਨਾਂ ਕੋਲ ਬਦੋ-ਬਦੀ ਕੋਈ ਮਨਾਉਣਾ। ਜਿਹੜਾ ਵਿਦੋਸ਼ਾ ਵੀ ਹੁੰਦਾ ਹੈ ਉਹ ਇੰਨੀ ਟੌਰਚਰ ਕੀਤਾ ਜਾਂਦਾ ਹੈ, ਭਾਵੇਂ ਉਹਨਾਂ ਨੂੰ ਮਹੀਨੇ 2 ਮਹੀਨੇ ਚਾਹੇ ਉਹ ਬਰੀ ਵੀ ਹੋ ਜਾਏ, ਲੇਕਿਨ ਜਦੋਂ ਬਰੀ ਹੋਣ ਤੱਕ ਉਹ ਸਰੀਰਕ ਤੌਰ 'ਤੇ ਖਾਸਾ ਹੀ ਨੁਕਸਾਨ ਹੋ ਚੁੱਕਾ ਹੁੰਦਾ। ਉਸ ਜਿਹੜਾ ਨੁਕਸਾਨ ਹੋ ਜਾਂਦਾ ਉਹਨੂੰ ਈਵਨ ਮੈਡੀਕਲ ਸਿਸਟਮ ਦੇ ਵਿੱਚ ਵੀ ਠੀਕ ਕਰਨ ਦੇ ਤਰੀਕੇ ਨਹੀਂ ਹੁੰਦੇ। ਸੋ ਇਹ ਬੰਦੇ ਨੂੰ, ਇਹਨਾਂ ਦਾ ਮਤਲਬ ਹੈ ਇੰਟੈਰੋਗੇਸ਼ਨ ਕਰਨਾ, ਰਿਮਾਂਡ ਲੈਣਾ, ਪੁਲਿਸ ਰਿਮਾਂਡ ਲੈਣਾ, ਇਹ ਬੰਦੇ ਨੂੰ ਬਿਲਕੁਲ ਹੀ ਨਕਾਰਾ ਬਣਾਉਣ ਦੀ ਗੱਲ ਹੈ। ਏਡਾ ਵੱਡਾ ਗੈਰ ਇਨਸਾਨੀਅਤ, ਏਡਾ ਵੱਡਾ ਗੈਰ ਕਾਨੂੰਨੀ ਸਿਸਟਮ ਸ਼ਾਇਦ ਹੀ ਕਿਤੇ ਹੋਵੇ। ਚਲ ਸਰ, ਮੈਂ ਇੱਕ ਪੁਲਿਸ ਅਫਸਰ ਨਾਲ ਆਫ ਦਾ ਰਿਕਾਰਡ ਗੱਲ ਕਰ ਰਿਹਾ ਸੀਗਾ ਜੀ। ਮੈਂ ਉਹਨਾਂ ਨੂੰ ਇਹ ਸਵਾਲ ਕਰ ਬੈਠਾ, ਮੈਂ ਕਿਹਾ ਵੀ ਤੁਸੀਂ ਜਦੋਂ ਕੋਈ ਮੁਲਜ਼ਮ ਨੂੰ ਲਿਆਉਂਦੇ ਹੋ ਥਾਣੇ, ਤੁਸੀਂ ਉਹਨੂੰ ਟੌਰਚਰ ਕਰਦੇ ਹੋ, ਚੱਡੇ ਪਾੜ ਦਿੰਦੇ ਹੋ, ਜਿਵੇਂ ਤੁਸੀਂ ਕਿਹਾ ਚੂਹੇ ਛੱਡ ਦਿੰਦੇ ਹੋ, ਸਮੇਤ ਸਿਆਣੀ ਹੁਣੀ ਤਾਂ ਬਹੁਤ ਕੁਛ ਕਰਦੇ ਰਹੇ ਖੈਰ, ਹੈ ਨਾ ਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਉਹਨੂੰ ਲਿਜਾਂਦੇ ਹੋ ਹਸਪਤਾਲ ਵਿੱਚ ਮੈਡੀਕਲ ਕਰਾਉਣ ਲਈ, ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ, ਫਿਰ ਡਾਕਟਰ ਕਿਵੇਂ ਨਹੀਂ ਲਿਖਦਾ ਕਿ ਇਹ ਕੁਛ ਨਹੀਂ ਹੋਇਆ ਜੀ? ਮੈਨੂੰ ਉਹਨਾਂ ਨੇ ਇੱਕ ਬੜੀ ਅੰਦਰ ਦੀ ਗੱਲ ਦੱਸੀ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਇਹ ਦਾਸ ਕਿਹਾ ਜਾਂਦਾ ਕਿ ਗੁੱਝੀਆਂ ਸੱਟਾਂ ਮਾਰੋ, ਇੱਕ ਤਾਂ ਇਹ। ਦੂਜੇ ਕਹਿੰਦੇ ਕਿ ਜਿਹੜੀ ਡਾਕਟਰ ਆ ਉਹ ਸਾਡੇ ਨਾਲ ਮਿਲੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਪਹਿਲੇ ਕਹਿ ਦਿੰਦਾ ਕਿ ਭਾਈ ਤੂੰ ਇਹ ਲਿਖ ਦੀ ਕਿ ਪੁਰਾਣੀ ਸੱਟ ਆ। ਸੋ ਮੈਂ ਇਹ ਜਿਹੜਾ ਸਿਸਟਮ ਹੈ ਸਾਡਾ ਨਾ ਜੀ, ਇਹ ਆਪਾਂ ਕਹਿ ਲਈਏ ਜਿਵੇਂ ਗਰਕ ਰਿਹਾ ਇਸ ਤਰ੍ਹਾਂ ਦਾ ਆ। ਤੁਸੀਂ ਮਤਲਬ ਕਿ ਜਿਹੜੀ ਟੋਟਲ ਪੁਲਿਸ ਦੀ ਭੂਮਿਕਾ ਆ ਇਸ ਵੇਲੇ ਪੰਜਾਬ ਵਿੱਚ, ਚਾਹੇ ਆਪਾਂ ਕਹਿ ਲਈਏ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਗਈ, ਚਾਹੇ ਮੂਸੇ ਵਾਲੇ ਕਤਲ ਦੀ ਗੱਲ ਕਰ ਲਈਏ, ਚਾਹੇ ਜਿਹੜਾ ਪਹਿਲਾਂ ਆਹ ਖੁਫੀਆ ਵਿੰਗ ਮੋਹਾਲੀ 'ਤੇ ਹਮਲਾ ਹੋਇਆ ਸੀਗਾ, ਇਹ ਤੁਸੀਂ ਟੋਟਲ ਨੂੰ ਇੱਕ ਲੈ ਕੇ ਕਿਵੇਂ ਦੇਖਦੇ ਹੋ ਜੀ? ਵੀਰ ਜੀ, ਇਹ ਤਾਂ ਗੱਲ ਜਿਹੜੀ ਹੈ ਸਾਡੇ ਜਿਹੜੀ ਹੈ ਕੋਈ ਲਾ ਕਮਿਸ਼ਨ ਵੀ ਅਪਾਇੰਟ ਹੋਏ ਨੇ, ਚਾਹੇ ਕਮੇਟੀ ਵੀ ਬਣੀਆਂ ਨੇ ਜਿਨ੍ਹਾਂ ਨੇ ਪੁਲਿਸ ਦੇ ਬਾਰੇ ਲਿਖਿਆ ਨੇ। ਪੁਲਿਸ ਵਾਲਿਆਂ ਨੂੰ ਸਾਡੇ ਇੱਕ ਲਾ ਕਮਿਸ਼ਨ ਨੇ ਲਿਖ ਦਿੱਤਾ ਸੀ ਵੀ ਦੇ ਆਰ ਕ੍ਰਿਮੀਨਲਸ ਇਨ ਯੂਨੀਫਾਰਮ। ਮਤਲਬ ਜਿੰਨੀ ਕ੍ਰਿਮੀਨਲ ਸਿਸਟਮ ਜਿਹੜੀ ਪੁਲਿਸ ਆ, ਜਿੰਨਾ ਕ੍ਰਾਈਮ ਇਹ ਕਮਿਟ ਖੁਦ ਕਰਦੀ ਆ, ਸ਼ਾਇਦ ਹੀ ਕੋਈ ਸਿਸਟਮ ਹੋਵੇ। ਇਸ ਤਰ੍ਹਾਂ ਦੀ ਸਾਡੇ ਪੁਲਿਸ ਨਹੀਂ ਹੈਗੀ ਵੀ ਇੱਕ ਸਾਡੇ ਕੋਲ ਹੁਣ ਆਪਾਂ 20ਵੀਂ ਸਦੀ 'ਚ ਆ ਗਏ ਹਾਂ, ਹੁਣ ਇਸ ਤਰ੍ਹਾਂ ਦੇ ਟੈਕਨੀਕਲ ਚਾਹੇ ਸਾਇੰਟੀਫਿਕ ਇਨਵੈਸਟੀਗੇਸ਼ਨ ਦੇ ਤਰੀਕੇ ਆ ਗਏ ਨੇ ਵੀ ਇਹ ਕ੍ਰਾਈਮ ਦਾ ਜਿਹੜਾ ਇਹ ਡਿਟੈਕਟ ਕਰ ਸਕਦੇ ਨੇ। ਲੇਕਿਨ ਉਹ ਨਹੀਂ ਕਰਦੇ। ਇਹਨਾਂ ਦਾ ਟੌਰਚਰ ਕਰਨਾ ਇੱਕ ਪਾਰਟ ਆਫ ਦੀ ਸਿਸਟਮ ਬਣ ਗਿਆ, ਕਿਉਂਕਿ ਉਹਦੇ 'ਤੇ ਕੋਈ ਚੈੱਕ ਨਹੀਂ ਹੈਗਾ। ਪੁਲਿਸ ਸਿਸਟਮ ਇਟਸੈਲਫ ਜਿਹੜਾ ਹਾਇਰ ਆਫੀਸਰ ਇਹਨਾਂ ਦੇ, ਉਹ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ। ਪੋਲੀਟੀਕਲ ਸਿਸਟਮ ਜਿਹੜਾ ਉਹ ਇਹਨਾਂ ਦੇ ਨਾਲ ਚੱਲ ਪੈਂਦਾ ਹੈ। ਅਦਾਲਤਾਂ ਜਿਹੜੀਆਂ ਨੇ ਉਹ ਸਿਸਟਮ ਨੂੰ ਵੇਖਦੀਆਂ ਨੇ ਵੀ ਇਹ ਸਿੱਖ ਟੈਰੋਰਿਸਟ ਹੈ, ਚਾਹੇ ਸਿੱਖ ਜਿਹੜਾ ਹੈ ਦੇਸ਼ ਧਰੋਹੀ ਹੈ, ਚਾਹੇ ਕੋਈ ਹੋਰ ਹੈ, ਉਹਨਾਂ ਲਈ ਉਹ ਤਰ੍ਹਾਂ ਦੇ ਮਾਪ ਜਿਹੜੇ ਨੇ ਵਰਤਦੇ ਨੇ। ਉਹ ਜਿਹੜਾ ਹੈ ਉਹਦਾ ਨਤੀਜਾ ਇਹ ਨਿਕਲਦਾ ਹੈ ਵੀ ਇਹਦਾ ਨਤੀਜਾ ਬਿਲਕੁਲ ਠੀਕ ਨਹੀਂ ਨਿਕਲਦਾ। ਜਿਹਨੂੰ ਮਰਜ਼ੀ ਟੌਰਚਰ ਕਰਕੇ, ਤਦੇ ਇੰਨੀਆਂ ਟੌਰਚਰ ਦੇ ਵਿੱਚ ਮੌਤਾਂ ਹੁੰਦੀਆਂ ਨੇ। ਅਕਸਰ ਸਰੀਰ ਹੈ, ਇਹਨੂੰ ਤੁਸੀਂ ਬਿਜਲੀ ਦਾ ਕਰੰਟ ਜਿਹੜਾ ਜ਼ਿਆਦਾ ਲਾ ਦੋਗੇ, ਲੱਗ ਜਾਂਦਾ ਕਈ ਨਾ, ਮਰਨਾ ਹੀ ਆ। ਜਾਂ ਕਿਸੇ ਦੇ ਚੱਡੇ ਪਾੜਦੇ ਆ, ਏਡੀ ਵੱਡੀ ਦਰਦ ਹੁੰਦੀ ਹੈ, ਨਹੀਂ ਸਹੀ ਜਾਂਦੀ। ਕਿਸੇ ਦੀਆਂ ਲੱਤਾਂ ਤੋੜਦੇ ਆ, ਕਿਸੇ ਦੇ ਤੁਸੀਂ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੀ ਜਿਹੜੀ ਹੈ ਟੌਰਚਰ ਕਰਦੇ ਆ, ਉਹ ਬੰਦੇ ਮਰ ਜਾਂਦੇ ਨੇ। ਤੇ ਇਸ ਕਰਕੇ ਇਸ ਗੱਲ ਨੂੰ, ਇਹ ਪੁਲਿਸ ਦੇ ਉੱਤੇ ਜਿੰਨਾ ਚਿਰ ਕੋਈ ਬਹੁਤ ਤਕੜੀ ਸਿਸਟਮ ਨਹੀਂ ਚੱਲਦੀ, ਉਹਨਾਂ ਚਿਰ ਇਹ ਸੁਧਾਰਨ ਦੀ ਇਹਨਾਂ ਦੀ ਕੋਈ ਆਸ ਨਹੀਂ ਜਾਗਦੀ। ਸਿਰਫ ਤੇ ਸਿਰਫ ਕਾਨੂੰਨੀ ਤੌਰ 'ਤੇ ਇਵੇਂ ਆਪਾਂ ਕਾਗਜ਼ੀ ਕਾਰਵਾਈ 'ਚ ਫਸੇ ਹਾਂ। ਇਸ ਕਾਗਜ਼ੀ ਕਾਰਵਾਈ 'ਚੋਂ ਕੁਛ ਵੀ ਨਹੀਂ ਨਿਕਲਦਾ। ਬੰਦਿਆਂ ਦੀਆਂ ਜਾਨਾਂ ਜਾ ਰਹੀਆਂ ਨੇ, ਝੂਠੇ ਕੇਸ ਵੀ ਜਿਹੜੇ ਸੱਚੇ ਹੋ ਜਾਂਦੇ ਨੇ, ਤੇ ਪੁਲਿਸ ਜਿਹੜੀ ਹੈ ਉਹ ਆਪਣੀ ਮਨਮਰਜ਼ੀ ਕਰਦੀ ਹੈ ਜੀ। ਸੋ ਪਿਆਰੇ ਦਰਸ਼ਕੋ, ਅੱਜ ਦੀ ਜਿਹੜੀ ਸਾਡੀ ਚਰਚਾ ਸੀਗੀ ਅਸੀਂ ਇੱਥੇ ਖਤਮ ਕਰਦੇ ਹਾਂ। ਪਰ ਮੈਂ ਇਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਯਾਦ ਆ ਰਹੀ ਆ। ਪਿੱਛੇ ਜਿਹੇ ਦੇਸ਼ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ। ਸੁਪਰੀਮ ਕੋਰਟ ਦਾ ਕਹਿਣਾ ਸੀਗਾ ਪੰਜਾਬ ਪੁਲਿਸ ਬਾਰੇ ਕਿ ਪੰਜਾਬ ਪੁਲਿਸ ਦੀ ਕਾਉਂਸਲਿੰਗ ਕਰਨ ਦੀ ਲੋੜ ਆ। ਪੰਜਾਬ ਪੁਲਿਸ ਨੂੰ ਇਹ ਸਮਝਾਇਆ ਜਾਵੇ ਕਿ ਜਿਹੜੇ ਤੁਸੀਂ ਮੁਲਜ਼ਮ ਫੜ ਕੇ ਲਿਆਉਂਦੇ ਹੋ ਜਾਂ ਜੇਲ੍ਹਾਂ 'ਚ ਬੰਦ ਕੈਦੀ ਆ, ਉਹਨਾਂ ਦੇ ਵੀ ਆਪਣੇ ਹੱਕ ਹੁੰਦੇ ਆ। ਸੋ ਚਹਿਲ ਸਾਹਿਬ ਦਾ ਇਹ ਮੰਨਣਾ ਆ ਕਿ ਹਾਲੇ ਵੀ ਸਾਨੂੰ ਆਜ਼ਾਦੀ ਦੇ 70 ਸਾਲ ਬਾਅਦ ਵੀ ਸਿੱਖਾਂ ਨੂੰ ਪੰਜਾਬ ਵਿੱਚ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ, 2 ਨੰਬਰ ਦੇ ਸ਼ਹਿਰੀ ਮੰਨਿਆ ਜਾ ਰਿਹਾ, ਜਾਂ ਆਪਾਂ ਇਹ ਕਹਿ ਲਈਏ ਕਿ ਸੰਵਿਧਾਨ ਸਿੱਖਾਂ ਲਈ ਹੋ ਰਿਹਾ, ਹੋਰਾਂ ਲਈ ਹੋ ਰਿਹਾ। ਇਹਦੀਆਂ ਜਿਹੜੀਆਂ ਉਦਾਹਰਨਾਂ ਉਹਨਾਂ ਨੇ ਬੜੀਆਂ ਆਮ ਜਿਹੀਆਂ ਦੇਤੀਆਂ ਕਰਕੇ
ਉਹਨਾਂ ਨੇ ਰਾਮ ਰਹੀਮ ਦਾ ਨਾਮ ਵੀ ਲੈ ਦਿੱਤਾ। ਉਹਨਾਂ ਨੇ ਇੱਕ ਹੋਰ ਵੀ ਬੜੀ ਵੱਡੀ ਗੱਲ ਦਾ ਇਸ਼ਾਰਾ ਕਰ ਦਿੱਤਾ ਕਿ ਕੁਝ ਪੁਲਿਸ ਵਾਲਿਆਂ ਦੀ ਜਿਹੜੀ ਸਜ਼ਾ ਆ ਉਹ ਮਹੀਨਿਆਂ ਜਾਂ ਦਿਨਾਂ ਬਾਅਦ ਹੀ ਮਾਫ ਹੁੰਦੀ ਜਾਂਦੀ ਆ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਆ ਜਾਂ ਰਾਜ ਸਰਕਾਰ ਆ, ਪੰਜਾਬ ਵਿੱਚ ਇੱਕ ਵੱਡਾ ਬਦਲਾਅ ਆਇਆ। ਉਸ ਬਦਲਾਅ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਆ। ਉਮੀਦ ਕਰਦੇ ਹਾਂ ਕਿ ਸਰਕਾਰਾਂ ਜ਼ਰੂਰ ਜਿਹੜਾ ਇਨਸਾਫ ਆ ਉਹ ਦਿਵਾਉਣਗੀਆਂ। ਉਹ ਮਾਵਾਂ ਜਿਨ੍ਹਾਂ ਦੇ ਪੁੱਤ, ਕਿਉਂਕਿ ਆਮ ਕਿਹਾ ਜਾਂਦਾ ਕਿ ਜਿਹੜਾ ਬੇਅੰਤ ਸਿੰਘ ਮਰਡਰ ਹੋਇਆ ਸੀਗਾ ਜਾਂ ਹੋਰ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੰਦੇ ਆ, ਉਹਨਾਂ ਨੇ ਕੋਈ ਵੀ ਜਿਹੜਾ ਕੰਮ ਆ ਆਪਣੇ ਨਿੱਜੀ ਹਿੱਤਾਂ ਨੇ ਨਹੀਂ ਕੀਤਾ ਹੈਗਾ। ਉਹਨਾਂ ਦੇ ਮਨ ਵਿੱਚ ਪੰਜਾਬ ਦੀ ਜਵਾਨੀ ਦਾ ਜਾਂ ਹਿੱਤਾਂ ਦਾ ਇੱਕ ਜਿਹੜਾ ਆ ਉਹ ਦਰਦ ਸੀਗਾ। ਸੋ ਉਹਨਾਂ ਮਾਵਾਂ ਦੀ ਜਿਹੜੀ ਪੁਕਾਰ ਆ, ਜਿਹੜੀ ਚੀਜ਼ ਆ, ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਿਹੜੇ ਹਾਕਮਾਂ ਦੇ ਕੰਨਾਂ ਤੱਕ ਜ਼ਰੂਰ ਪੁੱਜੇ। ਸੋ ਅੱਜ ਸਾਨੂੰ ਹੁਣ ਤੁਸੀਂ ਦਿਓ ਇਜਾਜ਼ਤ, ਅਗਲੇ ਸ਼ੋਅ 'ਚ ਫਿਰ ਮਿਲਾਂਗੇ। ਸ਼ੁਕਰੀਆ ਚਹਿਲ ਸਾਹਿਬ, ਮਿਹਰਬਾਨੀ ਜੀ ਤੁਹਾਡੀ ਔਰ ਤੁਹਾਡੇ ਦਰਸ਼ਕਾਂ ਦੀ, ਬਹੁਤ ਬਹੁਤ ਮਿਹਰਬਾਨੀ।